ਸਤਿ ਸ੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 21 ਦਸੰਬਰ ਹੈ, ਦਿਨ ਬੁੱਧਵਾਰ ਹੈ। ਨਾਨਕਸ਼ਾਹੀ ਸੰਮਤ 554 ਦੇ ਮੁਤਾਬਿਕ ਅੱਜ 6 ਪੋਹ ਹੈ। ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਨੂੰ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਦੱਸ ਦਿੰਦੇ ਹਾਂ। ਸਭ ਤੋਂ ਪਹਿਲਾਂ 6 ਪੋਹ ਦਾ ਇਤਿਹਾਸ ਤੁਹਾਨੂੰ ਦੱਸ ਦਿੰਦੇ ਹਾਂ। ਜਦੋਂ ਸਿੱਖ ਕੌਮ ਦੇ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਨੰਦਾਂ ਦੀ ਪੁਰੀ ਨੂੰ ਆਪਣੇ ਪਰਿਵਾਰ ਤੇ ਸਾਰੇ ਸਿੰਘਾਂ ਸਮੇਤ ਆਖਰੀ ਅਲਵਿਦਾ ਕਿਹਾ ਸੀ। ਉਸ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡ ਦਿੱਤਾ ਸੀ, ਜਿੱਥੇ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ, ਜਿੱਥੇ ਗੁਰੂ ਸਾਹਿਬ ਦਾ ਪਰਿਵਾਰ ਅਤੇ ਸਾਰੇ ਸਿੰਘ ਸਿੰਘਣੀਆਂ रूहानी रंगां दे विच रहा करते सी। आनंदपुर साहिब छड्डण तो बाद आउंदे दिनां दा पैंडा भी बहुत बिखड़ा रहा सी। इस रात तो बाद ही सरसा नदी ते जाना, उत्थे भयानक जंग अते फिर चमकौर साहिब दी गढ़ी दे विच जो इतिहासिक जंग होई सी, जिथे गुरु साहिब ने अपने दोवें वड्डे लाल अपने हत्थी मैदाने जंग नूं तोरिया सी ते अपने अखीं शहीद हुंदे देख के जयकारे गुंजाए सी। ਤੇ ਚਮਕੌਰ ਸਾਹਿਬ ਦੀਆਂ ਉਹਨਾਂ ਲਾਸਾਨੀ ਸ਼ਹਾਦਤਾਂ ਦੀ ਯਾਦ ਦੇ ਵਿੱਚ ਅੱਜ ਤੋਂ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਤੇ 3 ਰੋਜ਼ਾ ਸ਼ਹੀਦੀ ਜੋੜ ਮੇਲ ਦੀ ਸ਼ੁਰੂਆਤ ਹੋ ਜਾਏਗੀ। ਐਸਜੀਪੀਸੀ ਤੇ ਪ੍ਰਸ਼ਾਸਨ ਦੇ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ। ਅੱਜ ਸਭ ਤੋਂ ਪਹਿਲਾਂ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਏਗੀ ਅਤੇ ਪਰਸੋਂ ਯਾਨੀ ਕਿ 23 ਦਸੰਬਰ ਨੂੰ ਭੋਗ ਪਾਏ ਜਾਣਗੇ। ਜੋੜ ਮੇਲ ਦੌਰਾਨ ਚਮਕੌਰ ਸਾਹਿਬ ਵਿਖੇ 1 ਐਸਪੀ 4 ਡੀਐਸਪੀ 15 ਇੰਸਪੈਕਟਰਾਂ ਸਣੇ 350 ਮੁਲਾਜ਼ਮਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਨੇ। ਪੁਲਿਸ ਨੇ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਤੇ ਗੜੀ ਸਾਹਿਬ ਦੇ ਸਾਰੇ ਰਾਹਾਂ ਨੂੰ ਜਾਂਦੀਆਂ ਮੁੱਖ ਸੜਕਾਂ ਤੇ ਬੈਰੀਕੇਡ ਲਾ ਕੇ ਹਰ ਤਰ੍ਹਾਂ ਦੇ ਵਾਹਨਾਂ ਦੇ ਲਈ ਇਹਨਾਂ ਨੂੰ ਬੰਦ ਕਰ ਦਿੱਤਾ, ਯਾਨੀ ਕਿ ਪੈਦਲ ਹੀ ਇੱਥੋਂ ਸੰਗਤ ਹੁਣ ਜਾਵੇਗੀ, ਕਿਉਂਕਿ ਸੰਗਤ ਦੀ ਆਮਦ ਬਹੁਤ ਵੱਡੀ ਹੋ ਜਾਂਦੀ ਹੈ। ਅਜਿਹੇ ਵਿੱਚ ਵਾਹਨਾਂ ਨੂੰ ਜੇ ਇਹਨਾਂ ਰਾਹਾਂ ਤੇ ਚੱਲਣ ਦਿੱਤਾ ਜਾਵੇਗਾ ਤਾਂ ਬਹੁਤ ਹੀ ਮੁਸ਼ਕਿਲ ਹੋ ਜਾਂਦੀ ਹੈ। ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਆ ਕੇ ਚਮਕੌਰ ਸਾਹਿਬ ਵੱਲ ਜਾਂਦੇ ਰਾਹ ਤੇ ਵੀ ਲੰਗਰ ਦਾ ਪ੍ਰਬੰਧ ਕਰਦੀਆਂ ਨੇ ਤੇ ਐਸਜੀਪੀਸੀ ਦੇ ਵੱਲੋਂ ਸਾਦੇ ਲੰਗਰ ਪਕਾਉਣ ਦੀ ਅਪੀਲ ਕੀਤੀ ਗਈ ਹੈ। ਕੜਾਕੇ ਦੀ ਠੰਡ ਅਤੇ ਧੁੰਦ ਹੋਣ ਦੇ ਬਾਵਜੂਦ ਵੀ ਵੱਡੀ ਗਿਣਤੀ ਵਿੱਚ ਸੰਗਤਾਂ ਦੇ ਇੱਥੇ ਪਹੁੰਚਣ ਦੀ ਆਸ ਜਤਾਈ ਜਾ ਰਹੀ ਹੈ। ਪੂਰੇ ਪੰਜਾਬ ਸਣੇ ਹਰਿਆਣਾ ਅਤੇ ਹੋਰ ਉੱਤਰੀ ਸੂਬਿਆਂ ਦੇ ਵਿੱਚ ਕੜਾਕੇ ਦੀ ਠੰਡ ਪੂਰੇ ਜ਼ੋਰਾਂ ਤੇ ਹੈ। ਧੁੰਦ ਵੀ ਸੰਘਣੀ ਪੈ ਰਹੀ ਹੈ ਤੇ ਸੀਤ ਲਹਿਰ ਵੀ ਚੱਲ ਰਹੀ ਹੈ। ਸੰਘਣੀ ਧੁੰਦ ਨੇ ਤਾਂ ਜ਼ਿੰਦਗੀ ਦੀ ਰਫ਼ਤਾਰ ਇੱਕ ਵਾਰੀ ਰੋਕ ਦਿੱਤੀ ਹੈ। ਪੂਰੇ ਪੰਜਾਬ ਸਮੇਤ ਹਰਿਆਣਾ ਤੇ ਦਿੱਲੀ ਤੇ ਉੱਤਰੀ ਭਾਰਤ ਦੇ ਹੋਰ ਸੂਬਿਆਂ ਦੇ ਵਿੱਚ ਕੱਲ ਵੀ ਸੰਘਣੀ ਧੁੰਦ ਛਾਈ ਰਹੀ ਤੇ ਅੱਜ ਵੀ ਤੁਸੀਂ ਦੇਖ ਸਕਦੇ ਹੋ ਕਿ ਚਾਰੇ ਪਾਸੇ ਧੁੰਦ ਦੀ ਸੰਘਣੀ ਚਾਦਰ ਲਿਪਟੀ ਹੋਈ ਹੈ। ਆਮ ਜਨ ਜੀਵਨ ਪ੍ਰਭਾਵਿਤ ਹੈ। ਲੋਕ ਧੁੰਦ ਦੇ ਵਿੱਚ ਘਰੋਂ ਬਾਹਰ ਨਹੀਂ ਨਿਕਲ ਰਹੇ। ਰਜਾਈਆਂ ਦਾ ਨਿੱਘ ਹੀ ਲੈਣਾ ਪੈ ਰਿਹਾ ਹੈ, ਕਿਉਂਕਿ ਬਾਹਰ ਨਿਕਲ ਕੇ ਕੁਝ ਮੀਟਰ ਦੀ ਦੂਰੀ ਤੇ ਵੀ ਕੁਝ ਦਿਖਾਈ ਨਹੀਂ ਦਿੰਦਾ। ਅਜਿਹੇ ਵਿੱਚ ਬਾਹਰ ਨਿਕਲਣਾ ਖਤਰੇ ਤੋਂ ਖਾਲੀ ਨਹੀਂ ਹੈ। ਮੌਸਮ ਵਿਭਾਗ ਦੇ ਮੁਤਾਬਿਕ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਅਗਲੇ 5 ਦਿਨ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈ ਸਕਦੀ ਹੈ, ਜਿਸ ਕਰਕੇ ਰੇਲ ਗੱਡੀਆਂ ਤੇ ਉਡਾਣਾਂ ਪ੍ਰਭਾਵਿਤ ਹੋ ਵੀ ਰਹੀਆਂ ਨੇ ਤੇ ਹੁੰਦੀਆਂ ਵੀ ਰਹਿਣਗੀਆਂ। ਧੁੰਦ ਕਾਰਨ ਪੰਜਾਬ ਸਮੇਤ ਸਾਰੇ ਕਿਤੇ ਵੱਡੇ ਹਾਦਸੇ ਵਾਪਰ ਰਹੇ ਨੇ। ਲੁਧਿਆਣਾ ਦੇ ਵਿੱਚ ਕੱਲ ਇੱਕ ਕੰਪਿਊਟਰ ਅਧਿਆਪਕਾ ਦੀ ਸੜਕ ਤੇ ਮੌਤ ਹੋ ਗਈ। ਇਸੇ ਤਰ੍ਹਾਂ ਫਰੀਦਕੋਟ ਦੇ ਵਿੱਚ ਇੱਕ ਸਕੂਲ ਵੈਨ ਸਵਿਫਟ ਕਾਰ ਦੇ ਨਾਲ ਟਕਰਾ ਗਈ, ਹਾਲਾਂਕਿ ਸਾਰੇ ਸੁਰੱਖਿਅਤ ਰਹੇ। ਹਰਿਆਣਾ ਦੇ ਵਿੱਚ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੀ ਕਾਰ ਵੀ ਹਿਸਾਰ ਸਿਰਸਾ ਹਾਈਵੇ ਤੇ ਧੁੰਦ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ, ਹਾਲਾਂਕਿ ਉਪ ਮੁੱਖ ਮੰਤਰੀ ਵਾਲ-ਵਾਲ ਬਚ ਗਏ। ਇਸੇ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਹੈ। ਅੱਜ ਤੋਂ ਪੰਜਾਬ ਦੇ ਵਿੱਚ ਸਾਰੇ ਸਕੂਲ 10 ਵਜੇ ਖੁੱਲਣਗੇ, ਜਦਕਿ ਬੰਦ ਹੋਣ ਦਾ ਸਮਾਂ ਪਹਿਲਾਂ ਵਾਲਾ ਹੀ ਰਹੇਗਾ। ਇਹ ਮੁੱਖ ਮੰਤਰੀ ਨੇ ਜਾਣਕਾਰੀ ਦਿੱਤੀ ਤੇ ਇਸ ਵਕਤ ਪੰਜਾਬ ਦੇ ਵਿੱਚ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰੇ 3 ਵਜੇ ਤੱਕ ਚੱਲ ਰਿਹਾ ਸੀ ਤੇ ਹੁਣ ਸਵੇਰੇ 10 ਤੋਂ ਲੈ ਕੇ 3 ਵਜੇ ਤੱਕ ਖੁੱਲਣਗੇ। ਹਾਲਾਂਕਿ ਵੱਡੇ ਜਿਹੜੇ ਬੱਚੇ ਨੇ ਉਹਨਾਂ ਦੀਆਂ ਕਲਾਸਾਂ 4 ਵਜੇ ਤੱਕ ਲੱਗਣਗੀਆਂ। ਇਹ ਜਿਹੜੇ ਆਦੇਸ਼ ਨੇ ਮੁੱਖ ਮੰਤਰੀ ਦੇ ਹੁਕਮਾਂ ਤੋਂ ਬਾਅਦ ਸਿੱਖਿਆ ਵਿਭਾਗ ਦੇ ਵੱਲੋਂ ਜਾਰੀ ਕੀਤੇ ਗਏ। ਇਸ ਦੇ ਨਾਲ ਹੀ ਠੰਡ ਦੀਆਂ ਛੁੱਟੀਆਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਦੇਰ ਸ਼ਾਮ ਪੰਜਾਬ ਦੇ ਸਿੱਖਿਆ ਵਿਭਾਗ ਨੇ ਆਦੇਸ਼ ਜਾਰੀ ਕੀਤੇ ਕਿ ਪੰਜਾਬ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਏਡਡ ਤੇ ਮਾਨਤਾ ਪ੍ਰਾਪਤ ਸਕੂਲਾਂ ਦੇ ਵਿੱਚ 25 ਦਸੰਬਰ ਤੋਂ ਲੈ ਕੇ 1 ਜਨਵਰੀ ਤੱਕ ਠੰਡ ਦੀਆਂ ਛੁੱਟੀਆਂ ਰਹਿਣਗੀਆਂ। ਸੋ ਕੜਾਕੇ ਦੀ ਇਸ ਠੰਡ ਦੇ ਵਿੱਚ ਤੁਸੀਂ ਸਾਰਿਆਂ ਨੇ ਆਪਣਾ ਧਿਆਨ ਰੱਖਣਾ ਹੈ। ਜਿੱਥੇ ਖਾਣ ਪੀਣ ਅਤੇ ਪਹਿਨਣ ਦਾ ਧਿਆਨ ਰੱਖਣਾ ਹੈ, ਉੱਥੇ ਹੀ ਧੁੰਦ ਤੋਂ ਵੀ ਆਪਣਾ ਬਚਾਅ ਕਰਨਾ ਹੈ। ਬਾਹਰ ਜੇ ਬਹੁਤ ਜ਼ਿਆਦਾ ਐਮਰਜੈਂਸੀ ਨਾ ਹੋਵੇ, ਜ਼ਰੂਰੀ ਨਾ ਹੋਵੇ ਤਾਂ ਹਾਲੇ 4-5 ਦਿਨ ਬਾਹਰ ਨਾ ਨਿਕਲਿਓ।
ਫਿਰੋਜ਼ਪੁਰ ਦੇ ਜ਼ੀਰਾ ਦੇ ਵਿੱਚ ਮਾਲਬਰੋਸ ਸ਼ਰਾਬ ਕੰਪਨੀ ਦੇ ਬਾਹਰ ਧਰਨਾ ਉਸੇ ਤਰ੍ਹਾਂ ਜਾਰੀ ਹੈ। ਇੱਥੇ ਕੜਾਕੇ ਦੀ ਠੰਡ ਦੇ ਬਾਵਜੂਦ ਵੀ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ, ਇਕੱਠ ਵੱਧਦਾ ਜਾ ਰਿਹਾ ਹੈ। ਕੱਲ ਜਦੋਂ ਸਿੱਧੂਪੁਰ ਯੂਨੀਅਨ ਦੀ ਅਗਵਾਈ ਦੇ ਵਿੱਚ ਇੱਥੇ ਇੱਕ ਕਾਫਲਾ ਪਹੁੰਚ ਰਿਹਾ ਸੀ ਤਾਂ ਪੁਲਿਸ ਤੇ ਧਰਨਾਕਾਰੀਆਂ ਦੇ ਵਿਚਾਲੇ ਝੜਪ ਹੋਈ ਹੈ। ਪੁਲਿਸ ਇਹਨਾਂ ਨੂੰ ਇੱਥੇ ਜਾਣ ਤੋਂ ਰੋਕ ਰਹੀ ਸੀ। ਧਰਨੇ ਵਿੱਚ ਜਾਣ ਤੋਂ ਪੁਲਿਸ ਲੋਕਾਂ ਨੂੰ ਲਗਾਤਾਰ ਰੋਕ ਰਹੀ ਹੈ। ਇਸੇ ਕਰਕੇ ਤਣਾਅ ਵੱਧਦਾ ਜਾ ਰਿਹਾ ਹੈ। ਪੁਲਿਸ ਨੇ ਕੇਸ ਦਰਜ ਕਰਕੇ ਕੱਲ ਵੀ ਕਈ ਪ੍ਰਦਰਸ਼ਨਕਾਰੀ ਹਿਰਾਸਤ ਦੇ ਵਿੱਚ ਲੈ ਲਏ। ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਮੁੜ ਸਰਕਾਰ ਨੂੰ ਚੇਤਾਵਨੀ ਜਾਰੀ ਕੀਤੀ ਹੈ। ਅੱਜ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਜਾਂ ਇਹ ਕਹਿ ਲਈਏ ਭਗਵੰਤ ਮਾਨ ਸਰਕਾਰ ਨੇ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਮੋਰਚੇ 'ਚ ਹਾਜ਼ਰੀ ਲਵਾਉਣ ਜਾ ਰਹੇ ਲੋਕਾਂ ਦੇ ਉੱਤੇ ਲਾਠੀ ਚਾਰਜ ਕੀਤਾ ਹੈ, ਗੱਡੀਆਂ ਭੰਨੀਆਂ ਹੈ। ਇਹ ਬਿਲਕੁਲ ਉਹਨਾਂ ਰਾਹਾਂ ਤੇ ਤੁਰੀ ਹੈ ਸਰਕਾਰ ਜਿਹੜੇ ਰਾਹਾਂ ਤੇ ਕਦੇ ਦੂਸਰੀਆਂ ਪੋਲੀਟੀਕਲ ਧਿਰਾਂ ਤੁਰਦੀਆਂ ਰਹੀਆਂ, ਉਹਨਾਂ ਰਾਹਾਂ ਦੇ ਉੱਤੇ ਹੀ ਸਾਡੀ ਜਿਹੜੀ ਇਹ ਬਦਲਾਅ ਵਾਲੀ ਸਰਕਾਰ, ਜਿਹੜੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਕਹਿੰਦੇ ਸੀ ਕਿ ਮੇਰੀ ਸਰਕਾਰ ਲੈ ਕੇ ਆਓ, ਮੈਂ ਕਿਸੇ ਨੂੰ ਟੈਂਕੀਆਂ ਤੇ ਚੜਨ ਦਾ ਮੌਕਾ ਤੱਕ ਹੀ ਨਹੀਂ ਪ੍ਰਦਾਨ ਕਰਾਂਗਾ, ਮੈਂ ਕਿਸੇ ਨੂੰ ਅਜਿਹੇ ਹਾਲਾਤ ਹੀ ਨਹੀਂ ਪੈਦਾ ਹੋਣ ਦਿਆਂਗਾ ਕਿ ਕਿਸੇ ਨੂੰ ਸੜਕਾਂ ਤੇ ਆ ਕੇ ਬੈਠਣਾ ਪਵੇ। ਤੇ ਅੱਜ ਕੀ ਹੋ ਰਿਹਾ ਹੈ? ਲਗਾਤਾਰ ਲੰਬੇ ਸਮੇਂ ਤੋਂ ਪੋਲੂਸ਼ਨ ਦੇ ਖਿਲਾਫ ਆਵਾਜ਼ ਚੁੱਕਣ ਵਾਲੇ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਅੱਜ ਕਿੱਥੇ ਖੜ ਗਏ ਨੇ? ਅੱਜ ਉਹਨਾਂ ਲੋਕਾਂ ਦੀ ਬਿਲਕੁਲ ਸੁਣਵਾਈ ਨਹੀਂ ਹੋ ਰਹੀ। ਸਭ ਤੋਂ ਵੱਡੀ ਗੱਲ ਉਹਦੇ ਵਿੱਚ ਇਹ ਬਹੁਤ ਵੱਡੀ ਗੱਲ ਪਈ ਹੈ ਕਿ ਉਸ ਵੇਲੇ ਜਿਹੜੀ ਪਬਲਿਕ ਹੀਅਰਿੰਗ ਹੋਈ ਹੈ, ਜਿਸ ਵੇਲੇ ਇਹ ਫੈਕਟਰੀ ਲੱਗੀ ਹੈ, ਉਸ ਵੇਲੇ ਜਿਹੜੀ ਪਬਲਿਕ ਹੀਅਰਿੰਗ ਹੋਈ ਹੈ ਉਹ ਸਾਰੀ ਦੀ ਸਾਰੀ ਫਰਾਡ ਹੈ, ਝੂਠ ਹੈ, ਠੱਗੀ ਹੈ, ਧੋਖਾ ਮਾਰ ਕੀਤਾ ਲੋਕਾਂ ਨਾਲ। ਤਾਂ ਅਸੀਂ ਪਹਿਲਾਂ ਵੀ ਇਹ ਬੇਨਤੀ ਕੀਤੀ ਹੈ ਮਾਨ ਸਰਕਾਰ ਨੂੰ ਕਿ ਗਲਤੀ ਨਾ ਕਰਿਓ। ਦੇਖਿਓ ਕਿਸੇ ਤਰ੍ਹਾਂ ਦੀ ਗਲਤੀ ਕਰ ਲੈਂਦੇ, ਇਹ ਗਲਤੀ ਫਿਰ ਕੰਟਰੋਲ ਨਹੀਂ ਹੁੰਦੀ। ਲੋਕਾਂ ਦਾ ਰੋਸ, ਲੋਕਾਂ ਦਾ ਰੋਹ, ਲੋਕਾਂ ਦਾ ਗੁੱਸਾ ਫਿਰ ਭੜਕ ਜਾਂਦਾ ਹੈ, ਫਿਰ ਲੋਕ ਕੰਟਰੋਲ ਕਰਨੇ ਬੜੇ ਔਖੇ ਹੋ ਜਾਂਦੇ ਆ। ਸੋ ਇਸ ਕਰਕੇ ਅੱਜ ਜੋ ਕੀਤਾ ਬੜਾ ਸ਼ਰਮਨਾਕ ਕੰਮ ਕੀਤਾ ਗਿਆ ਹੈ। ਇਹ ਪਿਛਲੇ 4-5 ਦਿਨਾਂ ਤੋਂ ਇੱਕ ਦਿਨ ਬੀਬੀਆਂ ਆ ਰਹੀਆਂ ਸੀ, ਉਹਨਾਂ ਦੀਆਂ ਗੁੱਤਾਂ ਪੱਟੀਆਂ ਗਈਆਂ, ਉਹਨਾਂ ਨੂੰ ਕੁੱਟਿਆ ਗਿਆ, ਉਹਨਾਂ ਦੇ ਲੱਤਾਂ ਮਾਰੀਆਂ ਗਈਆਂ, ਉਹਨਾਂ ਨੂੰ ਘੜੀਸਿਆ ਗਿਆ। ਇਹ ਵੀ ਭਗਵੰਤ ਮਾਨ ਜੀ ਤੁਹਾਡੀ ਸਰਕਾਰ ਨੇ ਕੀਤਾ ਹੈ। ਇੰਨੀ ਧੱਕੇਸ਼ਾਹੀ ਲੋਕ ਬਰਦਾਸ਼ਤ ਨਹੀਂ ਕਰਨਗੇ। ਪੰਜਾਬ ਦੇ ਲੋਕ ਇਹਦੇ ਖਿਲਾਫ ਖੜੇ ਹੋ ਚੁੱਕੇ ਨੇ। ਸੋ ਇਸ ਗੱਲ ਤੋਂ ਸਰਕਾਰ ਨੂੰ ਆਪਣੀ ਮਾਫੀ ਮੰਗਣੀ ਚਾਹੀਦੀ ਹੈ। ਭਗਵੰਤ ਮਾਨ ਸਰਕਾਰ ਨੂੰ ਆਪਾਂ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ, ਅੰਦੋਲਨਕਾਰੀਆਂ ਨੂੰ ਜਿਹੜੇ ਧਰਨਾ ਦੇ ਰਹੇ ਨੇ, ਜਿਹੜੇ ਪ੍ਰੋਟੈਸਟ ਕਰ ਰਹੇ ਨੇ, ਆਪਾਂ ਸ਼ਾਂਤੀ ਬਣਾ ਕੇ ਰੱਖਣੀ ਹੈ। ਆਪਾਂ ਲਗਾਤਾਰ 13 ਮਹੀਨੇ ਦਾ ਅੰਦੋਲਨ ਆਪਣਾ ਇੱਕ ਗੱਲ ਦੀ ਸ਼ਾਦੀ ਭਰਦਾ ਹੈ ਕਿ ਜੇ ਸ਼ਾਂਤਮਈ ਢੰਗ ਦੇ ਨਾਲ ਤੁਸੀਂ ਉਹਨੂੰ ਲੜਿਆ ਸੀ ਤਾਂ ਜਿੱਤ ਕੇ ਆਏ ਹੋ। ਸਰਕਾਰ ਐਡੀ ਹੰਕਾਰੀ ਸਰਕਾਰ ਨੂੰ ਹਰਾ ਕੇ ਆਏ ਆ, ਇਹਨੂੰ ਵੀ ਹਰਾ ਲਾਂਗੇ। ਵਾਹਿਗੁਰੂ ਕਿਰਪਾ ਕਰੇ, ਸ਼ਾਂਤੀ ਬਣਾ ਕੇ ਰੱਖੋ, ਕਿਉਂਕਿ ਸਰਕਾਰ ਤੁਹਾਨੂੰ ਪ੍ਰਵੋਕ ਕਰਕੇ, ਤੁਹਾਨੂੰ ਗੁੱਸਾ ਚੜਾ ਕੇ, ਤੁਹਾਡੇ ਨਾਲ ਡਾਂਗੋ ਸੋਟੀ ਵਰਗੇ ਹਾਲਾਤ ਪੈਦਾ ਕਰਕੇ ਇਸ ਮੋਰਚੇ ਨੂੰ ਖਦੇੜਨਾ ਚਾਹੁੰਦੀ ਹੈ। ਇਸ ਗੱਲ ਦਾ ਮੇਰੇ ਸਾਰੇ ਵੀਰਾਂ ਨੂੰ, ਮੋਰਚੇ ਦੇ ਸਹਿਯੋਗੀਆਂ ਨੂੰ ਇਹ ਮੇਰਾ ਹੱਥ ਜੋੜ ਕੇ ਬੇਨਤੀ ਹੈ, ਸੁਨੇਹਾ ਹੈ। ਇਸ ਗੱਲ ਦੇ ਉੱਤੇ ਧਿਆਨ ਰੱਖਿਓ। ਮੋਰਚਾ ਤੁਹਾਡਾ ਹੈ। ਪੂਰਾ ਪੰਜਾਬ ਨੂੰ ਮੇਰੀ ਅਪੀਲ ਹੈ ਕਿ ਇਸ ਮੋਰਚੇ ਦੇ ਵਿੱਚ ਵੱਧ ਚੜ ਕੇ ਸ਼ਮੂਲੀਅਤ ਕਰੋ। ਕੱਲ ਇਸ ਮਸਲੇ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅਹਿਮ ਸੁਣਵਾਈ ਹੋਈ ਹੈ ਤੇ ਕੱਲ ਦੀ ਸੁਣਵਾਈ ਦੇ ਵਿੱਚ ਪੰਜਾਬ ਸਰਕਾਰ ਨੇ ਜ਼ੀਰਾ ਦੀ ਮਾਲਬਰੋਸ ਸ਼ਰਾਬ ਫੈਕਟਰੀ ਦੇ ਮਾਮਲੇ ਵਿੱਚ ਪ੍ਰਗਤੀ ਰਿਪੋਰਟ ਪੇਸ਼ ਕੀਤੀ ਤੇ ਇਸ ਰਿਪੋਰਟ ਦੇ ਵਿੱਚ ਸਰਕਾਰ ਨੇ ਦੱਸਿਆ ਕਿ ਅਸੀਂ ਫੈਕਟਰੀ ਦਾ ਰਾਹ ਖਾਲੀ ਕਰਾਉਣ ਦੇ ਲਈ ਕੀ ਕੋਸ਼ਿਸ਼ਾਂ ਕਰ ਰਹੇ ਹਾਂ। ਸਰਕਾਰ ਨੇ ਦੱਸਿਆ ਕਿ ਸ਼ਰਾਬ ਫੈਕਟਰੀ ਦਾ ਇੱਕ ਦਰਵਾਜ਼ਾ ਪ੍ਰਦਰਸ਼ਨਕਾਰੀਆਂ ਤੋਂ ਖਾਲੀ ਕਰਾ ਦਿੱਤਾ ਗਿਆ ਹੈ। ਅਮਨ ਕਾਨੂੰਨ ਦੀ ਤਾਜ਼ਾ ਬਣੀ ਸਥਿਤੀ ਤੋਂ ਵੀ ਹਾਈ ਕੋਰਟ ਨੂੰ ਜਾਣੂ ਕਰਵਾਇਆ ਗਿਆ ਤੇ ਅਗਲੀ ਸੁਣਵਾਈ ਹੁਣ 23 ਦਸੰਬਰ ਨੂੰ ਹੋਵੇਗੀ। ਜਲੰਧਰ ਦੇ ਲਤੀਫਪੁਰਾ ਦੇ ਵਿੱਚ ਪਿਛਲੇ ਦਿਨੀ ਹੋਏ ਉਜਾੜੇ ਦੇ ਵਿਰੋਧ ਦੇ ਵਿੱਚ ਕੱਲ ਫਿਰ ਜਲੰਧਰ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ। ਅੱਜ ਮੁੱਖ ਮੰਤਰੀ ਦੇ ਨਾਲ ਲਤੀਫਪੁਰਾ ਮਸਲੇ ਤੇ ਵਫਦ ਦੀ ਮੀਟਿੰਗ ਹੋਵੇਗੀ। ਕੱਲ ਦੇ ਮੁਜ਼ਾਹਰੇ ਦੇ ਵਿੱਚ ਐਲਾਨ ਕੀਤਾ ਗਿਆ ਕਿ ਜੇ ਸਰਕਾਰ ਨੇ ਉਜਾੜੇ ਗਏ ਲੋਕਾਂ ਨੂੰ ਲਤੀਫਪੁਰਾ ਦੇ ਵਿੱਚ ਮੁੜ ਨਾ ਵਸਾਇਆ ਤਾਂ 1 ਜਨਵਰੀ ਨੂੰ ਨਵੇਂ ਸਾਲ ਦੀ 1 ਤਰੀਕ ਨੂੰ ਦੁਪਹਿਰੇ 12 ਤੋਂ 2 ਵਜੇ ਤੱਕ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਜਾਏਗਾ ਤੇ ਇਸ ਹਾਈਵੇ ਜਾਮ ਦੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਣਗੇ। ਉਜਾੜੇ ਗਏ ਲੋਕ ਹਾਲੇ ਤੱਕ ਖੁੱਲੇ ਅਸਮਾਨ ਦੇ ਹੇਠਾਂ ਰਹਿਣ ਨੂੰ ਮਜਬੂਰ ਨੇ। ਸਰਕਾਰ ਦੀ ਹਰ ਪੇਸ਼ਕਸ਼ ਉਹਨਾਂ ਨੇ ਠੁਕਰਾ ਦਿੱਤੀ ਹੈ। ਅੱਜ ਦੀ ਮੀਟਿੰਗ ਦੇ ਵਿੱਚ ਕੀ ਕੁਝ ਨਿਕਲਦਾ ਹੈ ਤੁਹਾਨੂੰ ਖਾਲਸ ਟੀਵੀ ਤੇ ਜਾਣਕਾਰੀ ਦਿੰਦੇ ਰਹਾਂਗੇ।
ਤੇ ਇਸੇ ਮਸਲੇ ਦੇ ਵਿੱਚ ਜਲੰਧਰ ਦੀ ਸ੍ਰੀ ਗੁਰੂ ਰਵਿਦਾਸ ਸੰਘਰਸ਼ ਕਮੇਟੀ ਦੇ ਪ੍ਰਧਾਨ ਰੋਬਿਨ ਸਾਂਪਲਾ ਨੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੂੰ ਮੰਗ ਪੱਤਰ ਸੌਂਪ ਕੇ ਦੱਸਿਆ ਕਿ ਇੰਪਰੂਵਮੈਂਟ ਟਰਸਟ ਨੇ ਲਤੀਫਪੁਰਾ ਦੇ ਵਿੱਚ ਦਲਿਤ ਲੋਕਾਂ ਨੂੰ ਬੇਘਰ ਕਰ ਦਿੱਤਾ ਹੈ ਤੇ ਵਿਜੇ ਮਾਮਲਾ ਇਸ ਪੂਰੇ ਮਾਮਲੇ ਦੀ ਜਾਂਚ ਕਰਨ ਅਤੇ ਬਣਦੀ ਕਾਰਵਾਈ ਹੈ ਜਿਹੜੀ ਉਹ ਕੀਤੀ ਜਾਵੇ। ਪੰਜਾਬ ਦੇ 10 ਜ਼ਿਲ੍ਹਿਆਂ ਦੇ 18 ਟੋਲ ਪਲਾਜ਼ਿਆਂ ਤੇ ਕਿਸਾਨਾਂ ਮਜ਼ਦੂਰਾਂ ਦੇ ਧਰਨੇ ਉਸੇ ਤਰ੍ਹਾਂ ਲਗਾਤਾਰ ਜਾਰੀ ਨੇ ਤੇ ਇਹਨਾਂ 18 ਟੋਲ ਪਲਾਜ਼ਿਆਂ ਤੋਂ ਲੋਕ ਬਿਨਾਂ ਪਰਚੀ ਕਟਾਏ ਲੰਘ ਰਹੇ ਨੇ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਵੀ ਹੁਣ ਸੈਂਟਰ ਸਰਕਾਰ ਪੰਜਾਬ ਦੇ ਨਾਲ ਧੱਕਾ ਕਰਦੀ ਦਿਖਾਈ ਦੇ ਰਹੀ ਹੈ ਕਿਉਂਕਿ ਸੈਂਟਰ ਸਰਕਾਰ ਪੈਰ ਪਿੱਛੇ ਖਿੱਚਣ ਲੱਗੀ ਹੈ ਕਿ ਪੰਜਾਬ 'ਚ ਹੋਰ ਨਵੇਂ ਮਕਾਨਾਂ ਦੇ ਲਈ ਪੰਜਾਬ ਨੂੰ ਰਾਸ਼ੀ ਦਿੱਤੀ ਜਾਵੇ ਤੇ ਇਸ ਯੋਜਨਾ ਦੇ ਤਹਿਤ ਜਿਹੜੀ ਪਹਿਲਾਂ ਰਾਸ਼ੀ ਭੇਜੀ ਗਈ ਸੀ ਉਹ ਵੀ ਅੱਧ ਅਧੂਰੀ ਪਈ ਹੈ। ਪਹਿਲੀ ਕਿਸ਼ਤ ਜਾਰੀ ਕੀਤੀ ਗਈ ਸੀ ਉਹਦੇ ਨਾਲ ਗਰੀਬਾਂ ਨੇ ਕੰਧਾਂ ਤਾਂ ਕੱਢ ਲਈਆਂ ਪਰ ਛੱਤਾਂ ਹਾਲੇ ਵੀ ਉਸੇ ਤਰ੍ਹਾਂ ਖਾਲੀ ਪਈਆਂ ਨੇ। ਛੱਤਾਂ ਨੂੰ ਇਹ ਲੋਕ ਉਡੀਕ ਰਹੇ ਨੇ। ਪਹਿਲੀ ਯੋਜਨਾ ਤਹਿਤ 30,000 ਦੀ ਕਿਸ਼ਤ ਨਾਲ ਕੰਧਾਂ ਕੱਢ ਲਈਆਂ ਨੇ ਪਰ ਦੂਸਰੀ ਕਿਸ਼ਤ ਦੀ ਉਡੀਕ ਲੰਬੀ ਹੋ ਗਈ ਹੈ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਹੈ ਕਿ ਸਰਕਾਰ ਦੇ ਵੱਲੋਂ ਇਸ ਸਕੀਮ ਦਾ ਪੈਸਾ ਜਾਰੀ ਕਰਨ ਵਿੱਚ ਜਾਣਬੁੱਝ ਕੇ ਪੰਜਾਬ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸੇ ਕਰਕੇ ਦੂਜੀਆਂ ਕਿਸ਼ਤਾਂ ਜਾਰੀ ਕਰਨ ਦੇ ਵਿੱਚ ਦੇਰੀ ਹੋ ਗਈ ਹੈ ਤੇ ਹੁਣ ਕਹਿੰਦੇ ਫੰਡ ਮਿਲ ਗਏ ਨੇ, ਛੇਤੀ ਅਸੀਂ ਜਾਰੀ ਕਰਾਂਗੇ, ਇਹ ਦਾਅਵਾ ਕੀਤਾ ਹੈ ਕੈਬਨਿਟ ਮੰਤਰੀ ਨੇ। ਉਹਨਾਂ ਇਹ ਵੀ ਦੱਸਿਆ ਕਿ ਇਸ ਸਕੀਮ ਦੇ ਉੱਤੇ ਸ਼ਰਤਾਂ ਇੰਨੀਆਂ ਕੁ ਸਖਤ ਲਾਈਆਂ ਗਈਆਂ ਨੇ ਕਿ ਪੰਜਾਬ ਨੂੰ ਉਹ ਸ਼ਰਤਾਂ ਮਾਫਕ ਨਹੀਂ। ਅੱਜ ਇਸੇ ਮਸਲੇ ਤੇ ਮਜ਼ਦੂਰ ਜਥੇਬੰਦੀਆਂ ਦੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੀਟਿੰਗ ਹੋਵੇਗੀ। ਇਸ਼ਤਿਹਾਰਬਾਜ਼ੀ ਦੇ ਮਸਲੇ ਤੇ ਦਿੱਲੀ ਦੇ ਐਲਜੀ ਅਤੇ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਮੋ ਸਾਹਮਣੇ ਹੋ ਗਏ ਨੇ। ਐਲਜੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਇਸ਼ਤਿਹਾਰਬਾਜ਼ੀ ਦੇ ਲਈ 97 ਕਰੋੜ ਰੁਪਏ ਵਸੂਲਣ ਦੇ ਹੁਕਮ ਦੇ ਦਿੱਤੇ ਨੇ। ਆਮ ਆਦਮੀ ਪਾਰਟੀ ਨੇ ਐਲਜੀ ਦੇ ਇਸ ਨਵੇਂ ਹੁਕਮ ਨੂੰ ਨਵਾਂ ਲਵ ਲੈਟਰ ਦੱਸਿਆ ਹੈ ਅਤੇ ਇਸ ਨੂੰ ਫਾਲਤੂ ਵੀ ਦੱਸਿਆ ਹੈ। ਲੋਕ ਸਭਾ ਦੇ ਕਈ ਵੱਖ-ਵੱਖ ਮੈਂਬਰਾਂ ਨੇ ਮੰਗ ਕੀਤੀ ਕਿ ਸਰਕਾਰ ਨਸ਼ੇੜੀਆਂ ਨੂੰ ਜੇਲ੍ਹ ਭੇਜਣ ਦੀ ਥਾਂ ਤੇ ਹੋਰ ਮੁੜ ਵਸੇਬਾ ਕੇਂਦਰ ਬਣਾਏ। ਨਸ਼ਿਆਂ ਤੇ ਰੋਕ ਲਾਉਣ ਦੇ ਲਈ ਸਖਤ ਕਦਮ ਚੁੱਕਣ ਦੀ ਇਹਨਾਂ ਐਮਪੀਜ਼ ਨੇ ਮੰਗ ਕੀਤੀ ਹੈ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਹੋਰ ਖੇਡ ਕੰਪਲੈਕਸਾਂ ਦੀ ਉਸਾਰੀ ਰੱਖਣ ਦੀ ਵੀ ਮੰਗ ਕੀਤੀ ਹੈ। ਪੰਜਾਬ ਭਰ ਦੇ ਟਰੱਕ ਆਪਰੇਟਰਾਂ ਨੇ ਟਰੱਕ ਯੂਨੀਅਨਾਂ ਬਹਾਲ ਕਰਨ ਅਤੇ ਠੇਕੇਦਾਰੀ ਸਿਸਟਮ ਖਤਮ ਕਰਕੇ ਕੰਮ ਦੇ ਟੈਂਡਰ ਸਿੱਧੇ ਯੂਨੀਅਨਾਂ ਨੂੰ ਦੇਣ ਦੀ ਮੰਗ ਨੂੰ ਲੈ ਕੇ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਮੂਹਰੇ ਕੜਾਕੇ ਦੀ ਠੰਡ ਦੇ ਵਿੱਚ ਪੱਕਾ ਮੋਰਚਾ ਲਾ ਦਿੱਤਾ ਹੈ। ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਅਤੇ ਮੰਗਾਂ ਦੀ ਪ੍ਰਾਪਤੀ ਤੱਕ ਅਣਮਿੱਥੇ ਸਮੇਂ ਤੱਕ ਪੱਕਾ ਮੋਰਚਾ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਇਸੇ ਤਰ੍ਹਾਂ ਸੰਗਰੂਰ ਦੇ ਵਿੱਚ ਹੀ 41 ਮਾਸਟਰ ਕਾਡਰ ਅਧੀਨ ਸਰੀਰਕ ਸਿੱਖਿਆ ਅਧਿਆਪਕਾਂ ਦੀ ਭਰਤੀ ਦੇ ਉਮੀਦਵਾਰਾਂ ਨੇ ਵੀ ਮੁੱਖ ਮੰਤਰੀ ਦੀ ਕੋਠੀ ਦੇ ਮੂਹਰੇ ਰੋਸ ਮੁਜ਼ਾਹਰਾ ਕੀਤਾ। ਨਾਅਰੇਬਾਜ਼ੀ ਕਰਕੇ ਆਪਣੀਆਂ ਮੰਗਾਂ ਮਨਵਾਉਣ ਦੀ ਮੰਗ ਕੀਤੀ। ਇਹ ਪੀਐਸ ਟੈਟ 2 ਦੀ ਸ਼ਰਤ ਥੋਪ ਕੇ ਸੂਚੀ ਰੋਕਣ ਦਾ ਵਿਰੋਧ ਕਰ ਰਹੇ ਨੇ ਅਤੇ ਸਰੀਰਕ ਸਿੱਖਿਆ ਵਿਸ਼ੇ ਦੀਆਂ ਅਸਾਮੀਆਂ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਦੇਣ ਤੇ ਕਾਉਂਸਲਿੰਗ ਹੋਣ ਤੋਂ ਬਾਅਦ ਯੋਗ ਉਮੀਦਵਾਰਾਂ ਦੀ ਸੂਚੀ ਜਾਰੀ ਨਾ ਕਰਨ ਤੋਂ ਖਫਾ ਨੇ। ਅੱਜ ਫੇਰ ਇਹਨਾਂ ਦੇ ਵੱਲੋਂ ਮੁੱਖ ਮੰਤਰੀ ਦੀ ਕੋਠੀ ਦੇ ਮੂਹਰੇ ਧਰਨਾ ਦਿੱਤਾ ਜਾਵੇਗਾ। ਲੰਬੇ ਸਮੇਂ ਤੋਂ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੰਦ ਪੰਜਾਬ ਦੇ ਸਿੱਖ ਬੰਦੀਆਂ ਦੀ ਰਿਹਾਈ ਦੇ ਲਈ ਦਸਤਖਤੀ ਮੁਹਿੰਮ ਹੁਣ ਤਾਮਿਲਨਾਡੂ ਦੇ ਵਿੱਚ ਵੀ ਚੱਲੇਗੀ। ਐਸਜੀਪੀਸੀ ਦੇ ਵੱਲੋਂ ਸ਼ੁਰੂ ਕੀਤੀ ਦਸਤਖਤ ਮੁਹਿੰਮ ਦੇ ਤਹਿਤ ਦਲ ਖਾਲਸਾ ਨੇ 9 ਸਿੱਖ ਕੈਦੀਆਂ ਦੇ ਵੇਰਵੇ ਤਾਮਿਲ ਲੀਡਰਾਂ ਨੂੰ ਭੇਜ ਦਿੱਤੇ ਨੇ। ਪਿਛਲੇ ਦਿਨੀ ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੀ ਮੱਥਾ ਟੇਕਣ ਲਈ ਪਹੁੰਚੇ ਸਨ। ਉਦੋਂ ਵੀ ਇਹਨਾਂ ਲੀਡਰਾਂ ਨੇ ਐਲਾਨ ਕੀਤਾ ਸੀ ਕਿ ਅਸੀਂ ਤਾਮਿਲਨਾਡੂ ਦੇ ਵਿੱਚ ਵੀ ਇਸ ਮੁਹਿੰਮ ਨੂੰ ਪਖਾਵਾਂਗੇ। ਤਾਮਿਲਨਾਡੂ ਦੀ ਸਿਆਸੀ ਜਥੇਬੰਦੀ ਨਾਮ ਤਾਮਿਲਰ ਕਾਚੀ ਨੇ ਹਾਲ ਹੀ ਵਿੱਚ ਰਾਜੀਵ ਗਾਂਧੀ ਕਤਲ ਕੇਸ ਨਾਲ ਸੰਬੰਧਿਤ 7 ਕੈਦੀਆਂ ਨੂੰ ਸੁਪਰੀਮ ਕੋਰਟ ਰਾਹੀਂ ਰਿਹਾ ਕਰਵਾਇਆ ਹੈ। ਸੰਗਰੂਰ ਵਿਧਾਨ ਸਭਾ ਹਲਕੇ ਦੇ ਵਿੱਚ ਲਿੰਕ ਸੜਕਾਂ ਦੇ ਨਿਰਮਾਣ ਦੇ ਵਿੱਚ ਬੇਨਿਯਮੀਆਂ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਸਰਕਾਰ ਨੇ ਲੋਕ ਨਿਰਮਾਣ ਵਿਭਾਗ ਦੇ 2 ਜੇਈ ਸਸਪੈਂਡ ਕਰ ਦਿੱਤੇ ਨੇ। ਇਹਨਾਂ ਨੇ ਸੜਕਾਂ ਦੇ ਨਿਰਮਾਣ ਦੇ ਵਿੱਚ ਘੁਟਾਲਾ ਕੀਤਾ ਸੀ, ਜਿਸ ਕਰਕੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ। ਅਕਾਲੀ ਬੀਜੇਪੀ ਸਰਕਾਰ ਦੇ ਵੇਲੇ ਹੋਏ ਸਿੰਚਾਈ ਘੁਟਾਲੇ ਦੇ ਵਿੱਚ ਫਸੇ ਹੋਏ ਪੰਜਾਬ ਦੇ ਸਾਬਕਾ ਮੁੱਖ ਸਕੱਤਰ KBS ਸਿੱਧੂ ਕੱਲ ਫਿਰ ਦੂਸਰੇ ਦਿਨ ਵਿਜੀਲੈਂਸ ਦੇ ਮੂਹਰੇ ਪੇਸ਼ ਹੋਏ। KBS ਕੋਲੋਂ ਉਸ ਸਿੰਚਾਈ ਵਿਭਾਗ ਦੇ ਵਿੱਚ ਹੋਏ ਕਥਿਤ ਬਹੁ ਕਰੋੜੀ ਘੁਟਾਲੇ ਸੰਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ। ਸਿੱਧੂ ਨੂੰ ਉਹਨਾਂ ਦੇ ਪੁੱਤਰ ਦੇ ਵਪਾਰਿਕ ਕੰਮਾਂ ਦੇ ਹਿਸਾਬ ਕਿਤਾਬ ਸੰਬੰਧੀ ਜਾਣਕਾਰੀ ਦੇਣ ਦੇ ਲਈ ਸੱਦਿਆ ਗਿਆ ਸੀ। ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੇ ਵਿੱਚ ਚੱਲ ਰਹੀ ਜਾਂਚ ਦੇ ਸੰਬੰਧੀ ਪੰਜਾਬ ਦੇ ਸਾਬਕਾ ਡਿਪਟੀ CM OP ਸੋਨੀ ਨੇ ਵੀ ਆਪਣੀ ਜਾਇਦਾਦ ਦੇ ਵੇਰਵੇ ਕੱਲ ਵਿਜੀਲੈਂਸ ਬਿਊਰੋ ਨੂੰ ਸੌਂਪ ਹੀ ਦਿੱਤੇ ਨੇ।
ਪਿਛਲੀ ਪੁੱਛ ਪੜਤਾਲ ਦੇ ਵਿੱਚ ਵਿਜੀਲੈਂਸ ਨੇ ਓਪੀ ਸੋਨੀ ਤੋਂ ਵੇਰਵੇ ਮੰਗੇ ਸਨ ਜਾਇਦਾਦ ਦੇ। ਓਪੀ ਸੋਨੀ ਨੇ ਥੋੜਾ ਸਮਾਂ ਮੰਗ ਲਿਆ ਸੀ ਤੇ ਉਸ ਤੋਂ ਬਾਅਦ ਹੁਣ ਓਪੀ ਸੋਨੀ ਨੇ ਬੈਂਕ ਖਾਤਿਆਂ ਦੀ ਜਾਣਕਾਰੀ ਅਤੇ ਆਮਦਨ ਸਰੋਤਾਂ ਦੀ ਜਾਣਕਾਰੀ ਜਮ੍ਹਾਂ ਕਰਵਾ ਦਿੱਤੀ ਹੈ। ਲੁਧਿਆਣਾ ਦੇ ਅਨਾਜ ਮੰਡੀ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਦੇ ਵਿੱਚ ਨਾਮਜ਼ਦ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀਏ ਮੀਨੂ ਪੰਕਜ ਮਲਹੋਤਰਾ ਦਾ 3 ਦਿਨਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਕੱਲ ਅਦਾਲਤ ਦੇ ਵਿੱਚ ਮੁੜ ਵਿਜੀਲੈਂਸ ਦੀ ਟੀਮ ਨੇ ਪੇਸ਼ ਕੀਤਾ ਅਤੇ ਮੀਨੂ ਮਲਹੋਤਰਾ ਨੂੰ 1 ਦਿਨ ਦੇ ਹੋਰ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕੱਲ ਮਾਨਸਾ ਦੇ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਦੇ ਤਾਜਪੋਸ਼ੀ ਸਮਾਗਮ ਦੇ ਵਿੱਚ ਪਹੁੰਚੇ ਤੇ ਉਹਨਾਂ ਨੇ ਕਾਂਗਰਸੀ ਵਰਕਰਾਂ ਨੂੰ ਆਪਸੀ ਏਕਤਾ ਦਾ ਹੋਕਾ ਦਿੱਤਾ। ਪਰ ਮਾਨਸਾ ਦੇ ਵਿੱਚ ਹੋਏ ਕਾਂਗਰਸ ਦੇ ਇਸ ਸਮਾਗਮ ਦੇ ਵਿੱਚ ਸੀਨੀਅਰ ਕਾਂਗਰਸੀ ਲੀਡਰਾਂ ਦੀ ਗੈਰ ਹਾਜ਼ਰੀ ਰੜਕਦੀ ਰਹੀ। ਹੋਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਨਹੀਂ ਹੋਏ ਤੇ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਰਾਜਾ ਵੜਿੰਗ ਖੁਦ ਮੂਸਾ ਪਿੰਡ ਉਹਨਾਂ ਦੇ ਘਰੇ ਪਹੁੰਚੇ ਅਤੇ ਇਨਸਾਫ ਦੀ ਲੜਾਈ ਦੇ ਵਿੱਚ ਹਰ ਤਰ੍ਹਾਂ ਦਾ ਸਾਥ ਦੇਣ ਦਾ ਭਰੋਸਾ ਦਿੱਤਾ। ਪੱਤਰਕਾਰਾਂ ਨੇ ਜਦੋਂ ਬਲਕੌਰ ਸਿੰਘ ਨੂੰ ਇਸ ਦਾ ਕਾਰਨ ਪੁੱਛਿਆ ਕਿ ਉਹ ਇਸ ਪ੍ਰੋਗਰਾਮ ਦੇ ਵਿੱਚ ਕਿਉਂ ਨਹੀਂ ਪਹੁੰਚੇ ਤਾਂ ਉਹਨਾਂ ਨੇ ਕਿਹਾ ਕਿ ਪੁੱਤ ਦੀ ਮੌਤ ਦੇ ਦੁੱਖ ਕਰਕੇ ਉਹ ਕਿਸੇ ਵੀ ਸਿਆਸੀ ਸਰਗਰਮੀ ਦੇ ਵਿੱਚ ਹਿੱਸਾ ਨਹੀਂ ਲੈ ਰਹੇ। ਜਿਹੜੇ ਮੰਚਾਂ ਤੋਂ ਉਹਨਾਂ ਨੇ ਸੰਬੋਧਨ ਕੀਤਾ ਹੈ ਉੱਥੇ ਉਹ ਸਿਰਫ ਇਨਸਾਫ ਦੀ ਲੜਾਈ ਦਾ ਹਿੱਸਾ ਬਣ ਕੇ ਗਏ ਹਨ। ਰਾਜਾ ਵੜਿੰਗ ਕੱਲ ਪਟਿਆਲਾ ਦੇ ਵਿੱਚ ਵੀ ਆਪਣੀ ਪਾਰਟੀ ਦੇ ਵਰਕਰਾਂ ਨੂੰ ਮਿਲੇ ਅਤੇ ਇਲਜ਼ਾਮ ਲਾਇਆ ਕਿ ਕੁਝ ਅੰਦਰੂਨੀ ਤਾਕਤਾਂ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਵਾਉਣ ਦੇ ਲਈ ਪੰਜਾਬ ਦਾ ਮਾਹੌਲ ਖਰਾਬ ਕਰ ਰਹੀਆਂ ਨੇ ਤੇ ਪੰਜਾਬ ਸਰਕਾਰ ਵੀ ਅਮਨ ਤੇ ਕਾਨੂੰਨ ਦੀ ਵਿਵਸਥਾ ਕਾਇਮ ਨਹੀਂ ਰੱਖ ਸਕੀ ਹੈ। ਸਰਕਾਰ ਹਰ ਮੁਹਾਜ਼ ਤੇ ਫੇਲ ਹੋ ਗਈ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਸਰਕਾਰ ਹੀ ਨਹੀਂ ਹੈ ਕਿਉਂਕਿ ਆਪ ਦੀ ਦਿੱਲੀ ਲੀਡਰਸ਼ਿਪ ਦੇ ਹੱਥਾਂ ਵਿੱਚ ਸੂਬੇ ਦੀ ਕਮਾਨ ਹੈ। ਇੱਥੇ ਵੀ ਵੜਿੰਗ ਨੇ ਜ਼ਿਲ੍ਹਾ ਪ੍ਰਧਾਨਾਂ ਦੇ ਤਾਜਪੋਸ਼ੀ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ। ਬੀਜੇਪੀ ਦੇ ਸੀਨੀਅਰ ਲੀਡਰ ਸੁਨੀਲ ਜਾਖੜ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਚਿੱਠੀ ਭੇਜ ਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੀ ਆਲੋਚਨਾ ਕਰਨ ਵਾਲੇ ਅਖਬਾਰਾਂ ਅਤੇ ਟੀਵੀ ਚੈਨਲਾਂ ਦੇ ਇਸ਼ਤਿਹਾਰ ਰੋਕਣ ਦੀ ਮਨਮਾਨੀ ਅਤੇ ਭੇਦਭਾਵ ਵਾਲੀ ਨੀਤੀ ਵੱਲ ਧਿਆਨ ਦਿਵਾਉਂਦੇ ਹੋਏ ਆਜ਼ਾਦ ਪੱਤਰਕਾਰੀ ਦੀ ਆਵਾਜ਼ ਕੁਚਲਣ ਨੂੰ ਮੰਦਭਾਗਾ ਦੱਸਿਆ ਹੈ। ਜਾਖੜ ਨੇ ਲੋਕ ਹਿੱਤਾਂ ਦੀ ਰੱਖਿਆ ਦੇ ਲਈ ਰਾਜਪਾਲ ਨੂੰ ਦਖਲ ਦੇਣ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਜਨਤਾ ਤੋਂ ਵਸੂਲੇ ਪੈਸੇ ਦਾ ਜਿਹੜੇ ਟੈਕਸ ਵਸੂਲਦੇ ਨੇ ਉਸ ਪੈਸੇ ਨੂੰ ਆਪਣੇ ਪ੍ਰਚਾਰ ਦੇ ਲਈ ਜਿਹੜਾ ਵਰਤਿਆ ਜਾ ਰਿਹਾ ਸਰਕਾਰ ਦੇ ਵੱਲੋਂ ਉਹ ਮੰਦਭਾਗਾ ਹੈ ਤੇ ਰਾਜਪਾਲ ਨੂੰ ਜ਼ਰੂਰ ਦਖਲ ਦੇਣਾ ਚਾਹੀਦਾ ਹੈ। ਕੈਨੇਡਾ ਦੇ ਮਿਸਾਗਾ ਤੋਂ ਟਰੱਕ ਹਾਦਸੇ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੇ ਮਾਰੇ ਜਾਣ ਦੀ ਦੁਖਦਾਈ ਖਬਰ ਮਿਲੀ ਹੈ। 30 ਸਾਲ ਦਾ ਮਨਪ੍ਰੀਤ ਸਿੰਘ ਪਿਛਲੇ ਮਹੀਨੇ ਹੀ ਪੰਜਾਬ ਤੋਂ ਸਪਾਊਸ ਵੀਜ਼ੇ ਤੇ ਕੈਨੇਡਾ ਗਿਆ ਸੀ। ਟਰਾਂਸਪੋਰਟ ਟਰੱਕ ਦੇ ਨਾਲ ਹੋਈ ਟੱਕਰ ਦੇ ਵਿੱਚ ਮਨਪ੍ਰੀਤ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਮਨਪ੍ਰੀਤ ਫਰੀਦਕੋਟ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਮਾਪਿਆਂ ਦਾ ਕੱਲਾ ਪੁੱਤ ਸੀ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਕੁਝ ਹੋਰ ਖਬਰਾਂ ਤੁਹਾਨੂੰ ਵਿਸਤਾਰ ਨਾਲ ਦੱਸ ਦਿੰਦੇ ਹਾਂ। ਜ਼ੀਰਾ ਧਰਨੇ ਦੀ ਗੱਲ ਕਰ ਲਈਏ ਤਾਂ ਮੰਗਲਵਾਰ ਨੂੰ ਜ਼ੀਰਾ ਇਲਾਕੇ ਦੇ ਵਿੱਚ ਮਨਸੂਰਵਾਲ ਕਲਾਂ ਪਿੰਡ ਦੇ ਵਿੱਚ ਜਿਹੜੀ ਮਾਲਬਰੋਸ ਕੰਪਨੀ ਦੀ ਸ਼ਰਾਬ ਫੈਕਟਰੀ ਬਣੀ ਹੋਈ ਹੈ ਇਸ ਦੇ ਬਾਹਰ ਜਿਹੜਾ ਧਰਨਾ ਲੱਗਿਆ ਹੋਇਆ ਉੱਥੇ ਹਾਲਾਤ ਕਾਫੀ ਤਣਾਅਪੂਰਨ ਬਣ ਗਏ ਸਨ ਤੇ ਇਸ ਮਸਲੇ ਤੇ ਹਾਈ ਕੋਰਟ ਦੇ ਵਿੱਚ ਵੀ ਮੰਗਲਵਾਰ ਨੂੰ ਸੁਣਵਾਈ ਹੋਈ ਹੈ। ਅੰਮ੍ਰਿਤਸਰ ਬਠਿੰਡਾ ਹਾਈਵੇ ਤੇ ਹੰਗਾਮਾ ਵੀ ਹੋਇਆ। ਧਰਨੇ ਵਿੱਚ ਪਹੁੰਚ ਰਹੇ ਕਿਸਾਨਾਂ ਤੇ ਪੁਲਿਸ ਦੇ ਵਿਚਾਲੇ ਦਰਅਸਲ ਇੱਥੇ ਝੜਪ ਹੋਈ ਤੇ ਪੂਰੇ ਪੰਜਾਬ ਤੋਂ ਲੋਕ ਧਰਨੇ ਦੀ ਹਮਾਇਤ ਵਿੱਚ ਇੱਥੇ ਪਹੁੰਚ ਰਹੇ ਨੇ ਪਰ ਪੁਲਿਸ ਇਹਨਾਂ ਦਾ ਰਾਹ ਰੋਕ ਕੇ ਖੜੀ ਹੈ। ਬੈਰੀਕੇਡਿੰਗ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਤੇ ਇਸੇ ਤਰ੍ਹਾਂ ਮੰਗਲਵਾਰ ਨੂੰ ਵੀ ਪੁਲਿਸ ਨੇ ਹਾਈਵੇ ਤੋਂ ਪਿੰਡ ਵਾਲਾ ਲਿੰਕ ਰੋਡ ਬੰਦ ਕਰ ਦਿੱਤਾ ਸੀ ਤੇ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ਦੇ ਵਿੱਚ ਕਾਫਲਾ ਪਹੁੰਚ ਰਿਹਾ ਸੀ। ਜਦੋਂ ਪੁਲਿਸ ਨੇ ਇਹਨਾਂ ਨੂੰ ਰੋਕਿਆ ਤਾਂ ਕਿਸਾਨਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ। ਦੋਵਾਂ ਧਿਰਾਂ ਦੇ ਵਿੱਚ ਝੜਪ ਹੋਣੀ ਸੀ ਪਰ ਜਦੋਜਹਿਦ ਤੋਂ ਬਾਅਦ ਕਿਸਾਨ ਪੁਲਿਸ ਦੀ ਬੈਰੀਕੇਡਿੰਗ ਤੋੜਨ ਦੇ ਵਿੱਚ ਸਫਲ ਹੋ ਗਏ ਤੇ ਜ਼ੀਰਾ ਦੇ ਸਾਂਝੇ ਮੋਰਚੇ ਦੇ ਵਿੱਚ ਸ਼ਾਮਿਲ ਹੋ ਗਏ। ਇਸ ਦੌਰਾਨ ਟੈਕਟ ਟੂ ਟਵਿੱਟਰ ਦੇ ਨੌਜਵਾਨਾਂ ਨੇ ਵੀ ਦੋਸ਼ ਲਾਇਆ ਜਿਹੜੇ ਮੌਕੇ ਤੇ ਮੌਜੂਦ ਨੇ ਲਗਾਤਾਰ ਇੱਥੋਂ ਪਲ-ਪਲ ਦੀ ਜਾਣਕਾਰੀ ਆਪਣੇ ਮੀਡੀਆ ਚੈਨਲ ਦੇ ਰਾਹੀਂ ਸਾਂਝੀ ਕਰ ਰਹੇ ਨੇ। ਉਹਨਾਂ ਨੇ ਇਹ ਵੀ ਦੋਸ਼ ਲਾਇਆ ਕਿ ਮੰਗਲਵਾਰ ਨੂੰ ਜ਼ੀਰਾ ਮੋਰਚੇ ਦੇ ਵਿੱਚ ਪਹੁੰਚਣ ਵਾਲੇ ਹਰੇਕ ਬਸ਼ਿੰਦੇ ਨੂੰ ਮੋਰਚੇ ਤੇ ਪਹੁੰਚਣ ਤੋਂ ਰੋਕਿਆ ਜਾ ਰਿਹਾ ਹੈ, ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਪਰ ਪਿਛਲੇ ਕਈ ਦਿਨਾਂ ਤੋਂ ਪ੍ਰਸ਼ਾਸਨ ਕਹਿੰਦੇ ਲਗਾਤਾਰ ਝੂਠ ਬੋਲਦਾ ਆ ਰਿਹਾ ਹੈ ਕਿ ਸਾਰੇ ਰਾਹ ਖੁੱਲੇ ਨੇ ਜਦਕਿ ਸਾਰੇ ਰਾਹ ਬੰਦ ਕਰ ਰੱਖੇ ਨੇ। ਇਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਸ਼ਰਾਬ ਮਾਫੀਆ ਦੇ ਹੱਕ ਵਿੱਚ ਭੁਗਤ ਕੇ ਲੋਕਾਂ ਦਾ ਸਬਰ ਨਾ ਪਰਖੋ। ਜ਼ੀਰਾ ਮੋਰਚੇ ਦੇ ਵਿੱਚ ਪਹੁੰਚਣ ਵਾਲੇ ਕੁਝ ਨੌਜਵਾਨਾਂ ਦੇ ਬੋਲ ਨੇ ਕਿੱਥੋਂ ਲੰਗਰ ਪੁੱਟੇਗੀ ਸਰਕਾਰੇ ਨੀ, ਇੱਥੇ ਕੱਬੇ ਸੁਭਾਅ ਨੇ ਕਿਲਕਾਰੀਆਂ ਦੇ ਹੁਕਮਰਾਨ ਗੁਲਾਮ ਹੋਇਆ ਸ਼ਰਾਬ ਮਾਫੀਆ ਦਾ ਪਹੁੰਚਣ ਵਾਲੇ ਪਹੁੰਚ ਰਹੇ ਤੋੜ ਕੇ ਨਾਕੇ ਹੰਕਾਰੀਆਂ ਦੇ। ਸੋ ਲਗਾਤਾਰ ਇੱਥੇ ਪਹੁੰਚ ਰਹੇ ਨੇ ਪੰਜਾਬ ਭਰ ਤੋਂ ਨੌਜਵਾਨ ਤੇ ਕਿਸਾਨ। ਇਸ ਦਰਮਿਆਨ ਮੋਰਚੇ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਵਿਰੋਧ ਦੌਰਾਨ ਪੁਲਿਸ ਬੇਕਸੂਰਾਂ ਨੂੰ ਵੀ ਤੰਗ ਕਰ ਰਹੀ ਹੈ, ਉਹਨਾਂ ਤੇ ਨਜਾਇਜ਼ ਪਰਚੇ ਪਾ ਕੇ ਉਹਨਾਂ ਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ। ਮੋਰਚੇ ਦੇ ਵਫਦ ਨੇ ਦੱਸਿਆ ਕਿ ਇੱਕ ਨੌਜਵਾਨ ਪਰਮਪ੍ਰੀਤ ਸਿੰਘ ਦੀ ਗ੍ਰਿਫਤਾਰੀ ਦੀ ਪੁਸ਼ਟੀ ਇਹਨਾਂ ਨੇ ਕੀਤੀ ਹੈ। ਦਾਅਵਾ ਕੀਤਾ ਕਿ ਪਿੰਡ ਰਟੌਲ ਰੋਹੀ ਦੇ
ਨੌਜਵਾਨ ਦੀ ਪਿੰਡ ਦੇ ਵਿੱਚ ਹੀ ਰੈਡੀਮੇਡ ਕੱਪੜੇ ਦੀ ਦੁਕਾਨ ਹੈ, IPS ਦੀ ਤਿਆਰੀ ਕਰ ਰਿਹਾ ਹੈ ਤੇ ਇਹ ਨੌਜਵਾਨ ਆਪਣੀ ਦੁਕਾਨ ਦੇ ਮੂਹਰੇ ਖੜਾ ਸੀ। ਕੁਝ ਵੀ ਇਹਦਾ ਧਰਨੇ ਨਾਲ ਲੈਣਾ ਦੇਣਾ ਨਹੀਂ ਸੀ ਤਾਂ ਪੁਲਿਸ ਬਿਨਾਂ ਕਿਸੇ ਪੁੱਛ ਪੜਤਾਲ ਦੇ ਇਹਨੂੰ ਬੱਸ ਵਿੱਚ ਸੁੱਟ ਕੇ ਲੈ ਗਈ, ਪਰਚਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ। ਦਾਵਾ ਮੋਰਚੇ ਦੇ ਆਗੂਆਂ ਨੇ ਕੀਤਾ ਹੈ ਤੇ ਇਸ ਦਾਅਵੇ ਨੂੰ ਪੁਖਤਾ ਕਰਦੀ FIR ਦੀ ਕਾਪੀ ਵੀ ਉਹਨਾਂ ਨੇ ਉਪਲਬਧ ਕਰਵਾਈ ਹੈ, ਜਿਸ ਦੇ ਵਿੱਚ ਸਾਫ਼-ਸਾਫ਼ ਇਹ ਇਲਜ਼ਾਮ ਨੌਜਵਾਨ ਤੇ ਲਾਏ ਗਏ ਨੇ। ਸੋ ਇਸ ਪੂਰੇ ਮੁੱਦੇ ਤੇ ਕਿਸਾਨ ਜਥੇਬੰਦੀਆਂ ਹੁਣ ਜ਼ੀਰਾ ਇਲਾਕੇ ਦੇ ਲੋਕਾਂ ਦੇ ਨਾਲ ਖੜੀਆਂ ਨੇ। ਸੰਯੁਕਤ ਕਿਸਾਨ ਮੋਰਚੇ ਨੇ ਵੀ ਮਖੂ ਦੇ ਵਿੱਚ ਮੀਟਿੰਗ ਕੀਤੀ। ਇਸ ਮੀਟਿੰਗ ਦੇ ਵਿੱਚ ਮੁੱਖ ਮੰਗ ਰੱਖੀ ਗਈ ਹੈ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ਨੂੰ ਰਿਹਾ ਕੀਤਾ ਜਾਵੇ, ਪਰਚੇ ਰੱਦ ਕੀਤੇ ਜਾਣ, ਜਿਹੜੇ ਆਗੂਆਂ ਦੇ ਅਸਲਾ ਲਾਇਸੈਂਸ ਰੱਦ ਕੀਤੇ ਨੇ ਉਹ ਬਹਾਲ ਕੀਤੇ ਜਾਣ, ਜਿਹੜੇ ਲੋਕ ਮੋਰਚੇ ਵਿੱਚ ਪਹੁੰਚਣਾ ਚਾਹੁੰਦੇ ਨੇ ਉਹਨਾਂ ਨੂੰ ਪਹੁੰਚਣ ਦਿੱਤਾ ਜਾਵੇ, ਇਹਨਾਂ ਨੂੰ ਰੋਕ ਕੇ ਮਾਹੌਲ ਤਣਾਅਪੂਰਨ ਨਾ ਬਣਾਇਆ ਜਾਵੇ। ਉਧਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਦੇ ਵਿੱਚ ਜਿਹੜੇ ਟੋਲ ਪਲਾਜ਼ਿਆਂ ਤੇ ਮੋਰਚੇ ਚੱਲ ਰਹੇ ਨੇ ਉਹ ਵੀ ਲਗਾਤਾਰ ਜਾਰੀ ਨੇ। DC ਦਫ਼ਤਰਾਂ ਦੇ ਬਾਹਰ ਪੱਕੇ ਮੋਰਚੇ 25ਵੇਂ ਦਿਨ 'ਚ ਪਹੁੰਚ ਗਏ ਨੇ ਤੇ ਜਿਹੜੇ ਟੋਲ ਪਲਾਜ਼ੇ ਬੰਦ ਕੀਤੇ ਹੋਏ ਨੇ ਉਹਨਾਂ ਨੂੰ ਵੀ 4-5 ਦਿਨ ਹੋ ਗਏ ਨੇ। ਜਥੇਬੰਦੀ ਦੇ ਲੀਡਰਾਂ ਨੇ ਜਾਣਕਾਰੀ ਦਿੱਤੀ ਕਿ ਇੱਕ ਵਾਰੀ ਫਿਰ ਪ੍ਰਸ਼ਾਸਨਿਕ ਅਧਿਕਾਰੀ ਆਪਣਾ ਲਾਮ ਲਸ਼ਕਰ ਲੈ ਕੇ ਬਿਨਾਂ ਕਿਸਾਨਾਂ ਨੂੰ ਪੂਰੇ ਪੈਸਿਆਂ ਦੀ ਅਦਾਇਗੀ ਕੀਤੇ ਜੰਮੂ ਕਟੜਾ ਹਾਈਵੇ ਦੇ ਲਈ ਜ਼ਮੀਨ ਦਾ ਕਬਜ਼ਾ ਲੈਣ ਦੇ ਲਈ ਪਹੁੰਚੇ, ਪਰ ਜਥੇਬੰਦੀ ਦੇ ਆਗੂਆਂ ਦੇ ਵੱਲੋਂ ਜ਼ਬਰਦਸਤ ਵਿਰੋਧ ਕਰਕੇ ਖਾਲੀ ਹੱਥ ਵਾਪਸ ਪਰਤਣ ਨੂੰ ਇਹ ਮਜਬੂਰ ਹੋਏ। ਸਖਤ ਚੇਤਾਵਨੀ ਦਿੱਤੀ ਹੈ ਕਿਸਾਨਾਂ ਨੇ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਮੁੜ ਅਜਿਹੀ ਕੋਸ਼ਿਸ਼ ਕੀਤੀ ਗਈ ਤਾਂ ਸਾਡੀ ਜਥੇਬੰਦੀ ਤਿੱਖਾ ਐਕਸ਼ਨ ਲੈਣ ਦੇ ਲਈ ਮਜਬੂਰ ਹੋਵੇਗੀ। ਜ਼ੀਰਾ ਮੋਰਚੇ ਦੀ ਅਪਡੇਟ ਤੋਂ ਬਾਅਦ ਤੁਹਾਨੂੰ ਜਿਹੜੇ ਗਾਇਕਾਂ ਦੇ ਘਰਾਂ ਤੇ ਰੇਡ ਚੱਲ ਰਹੀ ਹੈ ਉਸ ਦੀ ਜਾਣਕਾਰੀ ਵੀ ਦੇਵਾਂਗੇ, ਪਰ ਉਸ ਤੋਂ ਪਹਿਲਾਂ ਇੱਕ ਹੋਰ ਅਹਿਮ ਖਬਰ ਆ ਰਹੀ ਹੈ UAE ਤੋਂ। ਆਬੂ ਧਾਬੀ ਸੰਯੁਕਤ ਅਰਬ ਅਮੀਰਾਤ ਤੋਂ ਯਾਨੀ ਕਿ ਸਾਊਦੀ ਅਰਬ ਨੇ ਭਾਰਤ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਇੱਕ ਵੱਡੀ ਰਾਹਤ ਦਿੱਤੀ ਹੈ। ਹੁਣ ਜੇ ਤੁਸੀਂ ਦੁਬਈ ਦੀ ਯਾਤਰਾ ਦੇ ਲਈ ਜਾਂਦੇ ਹੋ ਤਾਂ ਤੁਹਾਨੂੰ ਪਾਸਪੋਰਟ ਅਤੇ ਟਿਕਟ ਆਪਣੇ ਹੱਥ ਵਿੱਚ ਲਿਜਾਣ ਦੀ ਲੋੜ ਨਹੀਂ ਹੋਵੇਗੀ। ਖਲੀਜ ਟਾਈਮਜ਼ ਦੀ ਰਿਪੋਰਟ ਦੇ ਮੁਤਾਬਿਕ UAE ਨੇ ਆਬੂ ਧਾਬੀ ਹਵਾਈ ਅੱਡੇ ਤੇ ਬਾਇਓਮੈਟ੍ਰਿਕ ਸੇਵਾ ਸ਼ੁਰੂ ਕਰ ਦਿੱਤੀ ਹੈ, ਜਿਸ ਤਹਿਤ ਹੁਣ ਕਿਸੇ ਵੀ ਪਾਸਪੋਰਟ ਜਾਂ ਫਿਰ ਟਿਕਟ ਨੂੰ ਦਿਖਾਉਣ ਦੀ ਲੋੜ ਨਹੀਂ ਹੋਵੇਗੀ। ਹਰ ਯਾਤਰੀ ਦੇ ਬੋਰਡਿੰਗ ਪਾਸ ਤੇ ਉਸ ਦਾ ਚਿਹਰਾ ਹੋਵੇਗਾ। ਨਵੀਂ ਸਹੂਲਤ ਦੇ ਜ਼ਰੀਏ ਯਾਤਰੀ 에ਅਰਪੋਰਟ ਤੇ ਬੋਰਡਿੰਗ ਪਾਸ ਲੈਣ ਲਈ ਆਪਣੇ ਚਿਹਰੇ ਦੀ ਵਰਤੋਂ ਕਰ ਸਕਣਗੇ, ਕਿਉਂਕਿ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਦੇ ਵਿੱਚ ਵਿਅਕਤੀ ਦੀ ਪਛਾਣ ਉਸਦੇ ਚਿਹਰੇ ਤੋਂ, ਅੱਖਾਂ ਤੋਂ ਜਾਂ ਫਿਰ ਅੰਗੂਠੇ ਤੋਂ ਕੀਤੀ ਜਾਂਦੀ ਹੈ। ਚਿਹਰੇ ਦੀ ਪਛਾਣ ਸੇਵਾਵਾਂ ਨੂੰ 94 ਸੈਲਫ ਸਰਵਿਸ ਬੈਗੇਜ ਟੱਚ ਪੁਆਇੰਟਾਂ, ਇਮੀਗ੍ਰੇਸ਼ਨ ਗੇਟਸ ਅਤੇ ਬੋਰਡਿੰਗ ਗੇਟਾਂ ਤੇ ਲਾਗੂ ਕੀਤਾ ਜਾਏਗਾ ਤੇ ਫਿਰ ਹਵਾਈ ਅੱਡੇ ਦੇ ਸਾਰੇ ਯਾਤਰੀ ਟੱਚ ਪੁਆਇੰਟਾਂ ਤੇ ਵੀ ਲਾਗੂ ਕੀਤਾ ਜਾਵੇਗਾ। ਸੋ ਸਮਝ ਹੀ ਗਏ ਹੋਣੇ ਤੁਸੀਂ ਸਾਰੇ, ਜਿਹੜੇ ਵੀ ਦੁਬਈ ਜਾਂ ਫਿਰ UAE ਦੇ ਕਿਸੇ ਵੀ ਹਿੱਸੇ ਦੇ ਵਿੱਚ ਜਾਣਗੇ, ਜਿਹੜੇ ਕਿ ਆਬੂ ਧਾਬੀ ਹਵਾਈ ਅੱਡੇ ਤੇ ਉਤਰਨਗੇ, ਉਹਨਾਂ ਨੂੰ ਹੁਣ ਆਪਣੇ ਹੱਥ ਦੇ ਵਿੱਚ ਪਾਸਪੋਰਟ ਲਿਜਾਣ ਦੀ ਲੋੜ ਨਹੀਂ ਹੈ। ਤੁਹਾਡਾ ਚਿਹਰਾ ਸਕੈਨ ਹੋਏਗਾ, ਉਸ ਤੋਂ ਤੁਹਾਡੀ ਸਾਰੀ ਪਛਾਣ ਹੈ ਜਿਹੜੀ ਉਹ ਪਤਾ ਲੱਗ ਜਾਵੇਗੀ, ਕਿਉਂਕਿ ਬਾਇਓਮੈਟ੍ਰਿਕ ਪੂਰੇ ਭਾਰਤ ਦੇ ਵਿੱਚ ਵੀ ਸਾਰਿਆਂ ਦਾ ਹੋ ਚੁੱਕਿਆ ਹੈ। ਕਿਸਾਨਾਂ ਦੇ ਇਤਿਹਾਸਿਕ ਅੰਦੋਲਨ ਦੇ ਵਿੱਚ ਹਮਾਇਤ ਕਰਨ ਵਾਲੇ ਗਾਇਕਾਂ ਤੇ ਰੇਡਾਂ ਲਗਾਤਾਰ ਜਾਰੀ ਨੇ। ਪੰਜਾਬੀ ਗਾਇਕਾਂ ਕੰਵਰ ਗਰੇਵਾਲ ਅਤੇ ਰਣਜੀਤ ਬਾਵਾ ਦੇ ਘਰਾਂ ਤੇ ਆਮਦਨ ਕਰ ਵਿਭਾਗ ਦੀ ਕਾਰਵਾਈ ਦੂਸਰੇ ਦਿਨ ਮੰਗਲਵਾਰ ਨੂੰ ਵੀ ਜਾਰੀ ਰਹੀ। ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਦੋਵੇਂ ਗਾਇਕਾਂ ਦੇ ਘਰ ਇੱਕੋ ਸਮੇਂ ਪਹੁੰਚੀਆਂ। ਖਾਸ ਗੱਲ ਇੱਥੇ ਇਹੀ ਚਰਚਾ ਦੇ ਵਿੱਚ ਚੱਲ ਰਹੀ ਹੈ ਕਿ ਦੋਵੇਂ ਗਾਇਕ ਕਿਸਾਨ ਅੰਦੋਲਨ ਦੌਰਾਨ ਕਾਫੀ ਸਰਗਰਮ ਸਨ ਅਤੇ ਲੋਕ ਇਹਨਾਂ ਦੀ ਗਾਇਕੀ ਨੂੰ, ਇਹਨਾਂ ਦੀ ਕਲਮ ਹੈ ਜਿਹੜੀ ਜਾਂ ਫਿਰ ਪੰਜਾਬ ਤੇ ਪੰਜਾਬੀਅਤ ਦੇ ਹੱਕ ਵਿੱਚ ਕਿੰਨਾ ਕੁ ਖੜਦੇ ਨੇ ਉਸ ਦੀ ਵੀ ਚਰਚਾ ਕਰ ਰਹੇ ਨੇ। ਤੇ ਜ਼ੀਰਾ ਮੋਰਚੇ ਦੇ ਸਮਰਥਨ ਕਰਨ ਵਾਲੇ ਕਿਰਤੀ ਕਿਸਾਨ ਯੂਨੀਅਨ ਦੇ ਲੀਡਰਾਂ ਨੇ ਗਾਇਕ ਕੰਵਰ ਗਰੇਵਾਲ ਤੇ ਰਣਜੀਤ ਬਾਵਾ ਨਾਲ ਡਟ ਕੇ ਖੜਨ ਦਾ ਐਲਾਨ ਵੀ ਕੀਤਾ ਹੈ। ਲੀਡਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਹੈ ਕਿ ਇਹ ਜਿਹੜਾ ਕਿਸਾਨਾਂ ਦੀ ਹਮਾਇਤ ਕਰਨ ਕਰਕੇ ਹੀ ਦਬਾਅ ਪਾਇਆ ਜਾ ਰਿਹਾ ਹੈ ਤੇ ਅਸੀਂ ਇਹਨਾਂ ਦੇ ਨਾਲ ਡਟ ਕੇ ਖੜੇ ਰਹਾਂਗੇ। ਇਹਨਾਂ ਨੇ ਦਿੱਲੀ ਮੋਰਚੇ ਦੌਰਾਨ ਜੋ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦਾ ਅੰਦੋਲਨ ਸੀਗਾ, ਉਹਦੇ ਦੌਰਾਨ ਜੋ ਮੋਰਚਾ ਪੱਖੀ ਤੇ ਪੰਜਾਬ ਪੱਖੀ ਆਪਣਾ ਰੋਲ ਅਦਾ ਕੀਤਾ ਔਰ ਉਸ ਮੋਰਚੇ 'ਚ ਜੋ ਜਿੱਤ ਹੋਈ ਆ ਸੰਯੁਕਤ ਕਿਸਾਨ ਮੋਰਚੇ ਦੀ ਔਰ ਦਿੱਲੀ ਦੀ ਸਰਕਾਰ ਦੀ, ਮੋਦੀ ਹੁਕੂਮਤ ਦੀ ਹਾਰ ਹੋਈ ਆ, ਉਸ ਚਿੜ ਦੇ ਵਿੱਚੋਂ ਲਗਾਤਾਰ ਪੰਜਾਬ ਨੂੰ ਮੋਦੀ ਹੁਕੂਮਤ ਵੱਲੋਂ ਟਾਰਗੇਟ ਕੀਤਾ ਜਾ ਰਿਹਾ, ਪੰਜਾਬ ਪੱਖੀ ਗੱਲਬਾਤ ਕਰਨ ਵਾਲਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ, ਜਾਂ ਦੁਨੀਆ ਭਰ 'ਚ ਜਿੰਨੇ NRI ਵਸਦੇ ਆ ਜਿਨ੍ਹਾਂ ਨੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਸੀ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ। ਉਸੇ ਲੜੀ ਦੇ ਤਹਿਤ ਹੀ ਕੰਵਰ ਗਰੇਵਾਲ ਵਰਗੇ ਗਾਇਕ ਨੂੰ, ਜਿਨ੍ਹਾਂ ਕਿ ਦਿੱਲੀ ਮੋਰਚੇ ਦੌਰਾਨ ਬਹੁਤ ਸ਼ਾਨਦਾਰ ਆਪਣਾ ਰੋਲ ਪਲੇ ਕੀਤਾ, ਹਰ ਸਥਿਤੀ ਤੇ ਲੋਕਾਂ ਨੂੰ ਉਤਸ਼ਾਹਿਤ ਕਰਨ ਵਾਲੇ ਮੋਰਚਾ ਪੱਖੀ ਗੀਤ ਗਾਏ ਹੈਗੇ ਆ ਔਰ ਉਹਨਾਂ ਦਾ ਵਧੀਆ ਰੋਲ ਰਿਹਾ, ਜਿਸ ਕਰਕੇ
ਕੇਂਦਰ ਸਰਕਾਰ ਨੂੰ ਉਹ ਵੀ ਰੜਕ ਰਿਹਾ ਤੇ ਉਹਨਾਂ ਨੂੰ ਜਿਹੜਾ ਟਾਰਗੇਟ ਕੀਤਾ ਜਾ ਰਿਹਾ। ਹੁਣ ਤੁਹਾਨੂੰ ਦੱਸ ਦਿੰਦੇ ਆ ਕਿ ਸਦਨਾਂ ਦੇ ਵਿੱਚ ਕੀ ਕੁਝ ਹੋਇਆ ਹੈ। ਲੋਕ ਸਭਾ ਦਾ ਪਹਿਲਾਂ ਰੁਖ ਕਰਦੇ ਹਾਂ, ਜਿੱਥੇ ਅਕਾਲੀ ਦਲ ਦੀ ਐਮਪੀ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਰੇਆਮ ਇਲਜ਼ਾਮ ਲਾਏ ਨੇ। ਮੁੱਖ ਮੰਤਰੀ ਦੀ ਦਾਰੂ ਤੇ ਵੱਡੇ ਹਮਲੇ ਕੀਤੇ ਨੇ। ਐਮਪੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਕਾਨੂੰਨੀ ਹਾਲਾਤਾਂ ਤੇ ਚਰਚਾ ਕਰਦੇ ਹੋਏ ਮੁੱਖ ਮੰਤਰੀ ਖਿਲਾਫ ਨਿੱਜੀ ਹਮਲੇ ਕੀਤੇ। ਸਪੀਕਰ ਨੇ ਬਥੇਰਾ ਰੋਕਿਆ ਪਰ ਹਰਸਿਮਰਤ ਕੌਰ ਬਾਦਲ ਨਹੀਂ ਰੁਕੇ। ਪੰਜਾਬ ਦੇ ਸੀਐਮ ਮਾਨ ਨੂੰ ਨਸ਼ੇੜੀ ਤੱਕ ਕਹਿ ਗਏ। ਕਹਿੰਦੇ ਕੈਬਨਿਟ ਨਿਕੰਮੀ ਹੈ ਅਤੇ ਸੀਐਮ ਮਾਨ ਨੇ ਜਿਹੜੇ ਉਹ ਨਸ਼ੇ ਦੇ ਵਿੱਚ ਰਹਿੰਦੇ ਨੇ, ਇਸ ਕਰਕੇ ਪੰਜਾਬ ਦਾ ਬੁਰਾ ਹਾਲ ਹੋ ਗਿਆ। 10 ਮਹੀਨੇ ਦੇ ਅੰਦਰ ਅੰਦਰ ਕਹਿੰਦੇ ਸਰਕਾਰ ਨੇ ਪੰਜਾਬ ਦਾ ਬੁਰਾ ਹਾਲ ਕਰ ਦਿੱਤਾ। ਆਰਪੀਜੀ ਅਟੈਕ ਹੋ ਰਿਹਾ, ਗਲੀਆਂ ਤੋਂ ਲੈ ਕੇ ਸੜਕਾਂ ਸੁਰੱਖਿਅਤ ਨੇ, ਮਸ਼ਹੂਰ ਗਾਇਕਾਂ ਦੇ ਕਤਲ ਹੋ ਰਹੇ ਨੇ ਤੇ ਨਸ਼ੇ ਘਰ ਘਰ ਵਿੱਚ ਵਿਕ ਰਹੇ ਨੇ। ਹਾਲਾਂਕਿ ਸਾਰੇ ਸਵਾਲ ਉਲਟੇ ਇਸੇ ਪਾਰਟੀ ਤੇ ਵੀ ਉੱਠਦੇ ਨੇ ਕਿ ਜਦੋਂ ਤੁਹਾਡੀ ਸਰਕਾਰ ਹੁੰਦੀ ਸੀ ਉਦੋਂ ਪੰਜਾਬ ਦੇ ਵਿੱਚ ਕੀ ਹਾਲ ਹੁੰਦਾ ਸੀ। ਖੈਰ, ਹਰਸਿਮਰਤ ਕੌਰ ਬਾਦਲ ਦੀਆਂ ਇਹਨਾਂ ਟਿੱਪਣੀਆਂ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੁਸਕੜੀਆਂ ਹੱਸ ਰਹੇ ਸਨ। ਕਾਂਗਰਸ ਦੇ ਐਮਪੀ ਰਵਨੀਤ ਬਿੱਟੂ ਨੇ ਜਦੋਂ ਹਰਸਿਮਰਤ ਬਾਦਲ ਦੀ ਸਪੀਚ ਦੌਰਾਨ ਕੁਝ ਬੋਲਣ ਦੀ ਕੋਸ਼ਿਸ਼ ਕੀਤੀ ਤਾਂ ਹਰਸਿਮਰਤ ਬਾਦਲ ਰਵਨੀਤ ਬਿੱਟੂ ਨੂੰ ਵੀ ਪਲਟ ਕੇ ਪੈ ਗਏ। ਕਹਿੰਦੇ ਬਿੱਟੂ ਜੀ ਤੁਹਾਨੂੰ ਕਿਉਂ ਮਿਰਚਾਂ ਲੱਗ ਰਹੀਆਂ ਨੇ, ਮੈਨੂੰ ਪਤਾ ਹੈ ਤੁਹਾਡਾ ਹੀ ਬੇਲੀ ਹੈ। ਹਰਸਿਮਰਤ ਕੌਰ ਬਾਦਲ ਇੱਥੇ ਹੀ ਨਹੀਂ ਰੁਕੇ, ਜਿੱਥੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹੁਣ ਮੌਜੂਦਾ ਸਮੇਂ ਦੇ ਵਿੱਚ ਇਲਜ਼ਾਮ ਲਾਏ ਨੇ, ਉੱਥੇ ਹੀ ਪਿਛਲਾ ਸਮਾਂ ਜਦੋਂ ਐਮਪੀ ਹੁੰਦੇ ਸੀ ਉਦੋਂ ਕਹਿੰਦੇ ਸਾਥੀ ਮੈਂਬਰਾਂ ਨੂੰ ਜਿਹੜੀਆਂ ਮੁਸ਼ਕਿਲਾਂ ਆਉਂਦੀਆਂ ਸੀ ਉਹਨਾਂ ਬਾਰੇ ਵੀ ਜਾਣੂ ਕਰਵਾਇਆ। मुख्यमंत्री तो क्या है, उसके ऊपर बेचारे के 2 सुपर मुख्यमंत्री बैठे हुए हैं। उन्होंने तो चलो अपनी शादी ब्याह कराए तो क्या शराब नशा नहीं है तो क्या है? मैं उसी के ऊपर तो बोल रही हूँ कि नशे से इंसान का क्या हो रहा है। मुख्यमंत्री का नशे से ये हिसाब हो गया तो स्टेट क्या क्या हिसाब होएगा? आप सोचिए 10 महीनों में क्या होया। 10 महीनों में नशों से ये हालत हो गया है कि आज सड़कों पे भी लिखा होता है डोंट ड्रिंक एंड डोंट ड्राइव, तो यहाँ पे ड्रिंक करके ड्राइव किया, ये तो स्टेट को ड्राइव कर रहे हैं। और केजरीवाल कहते हैं 2019 की इलेक्शन जीतने के लिए उन्होंने अपने माता के सिर की कसम खाई थी कि मैं आज के बाद शराब नहीं हाथ लगाऊंगा क्योंकि इलेक्शन जीतनी थी। के बाद एक इसके ऊपर जहां कत्ल हो रहे हैं, कभी कबड्डी प्लेयर के कत्ल हो रहे हैं, कभी सिंगर के हो रहे हैं, और आरपीजी रॉकेट लॉन्च ग्रेनेड जो जंग में लड़ाइयां होती हैं उस आरपीजी लॉन्चर्स के साथ इंटेलिजेंस के दफ्तर में लॉन्च किया जा रहा है, ग्रेनेड अटैक हो रहे हैं। सो सर ये सारी चीजों को देख के सब सुप्रीम आप कोर्ट विषय पे बोले, टिप्पणी सब कांग्रेस आप विषय पे बोले ना, सब कांग्रेस को क्यों माननीय पीड़ा हो रही सदस्य है? आप विषय पे बोले, कांग्रेस को क्यों पीड़ा हो रही है? सुप्रीम कोर्ट ने क्या बोला? ये सबसे चिंता की बात तो ये है कि सुप्रीम कोर्ट कह रही है कि पंजाब के नशे के साथ लिकर और नशे के साथ पंजाब खत्म हो रहा है और देश भी खत्म हो जाएगा। ਦੂਸਰੇ ਪਾਸੇ ਜੇ ਰਾਜ ਸਭਾ ਦੀ ਗੱਲ ਕਰ ਲਈਏ ਤਾਂ ਇੱਥੇ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਡਾ ਨੇ ਬੇਅਦਬੀ ਦਾ ਮੁੱਦਾ ਇੱਕ ਵਾਰੀ ਫੇਰ ਤੋਂ ਚੁੱਕਿਆ ਹੈ। ਰਾਘਵ ਚੱਡਾ ਨੇ ਪੰਜਾਬ ਦੇ ਵਿੱਚ ਬੇਅਦਬੀ ਦੀਆਂ ਵੱਧ ਰਹੀਆਂ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ 3 ਦਿਨ ਪਹਿਲਾਂ ਵਾਂਗੂ ਮੁੜ ਤੋਂ ਕੰਮ ਰੋਕੂ ਮਤਾ ਪੇਸ਼ ਕੀਤਾ। ਹਾਲਾਂਕਿ ਫੈਸਲਾ ਰਾਜ ਸਭਾ ਦੇ ਸਪੀਕਰ ਹੀ ਲੈ ਸਕਦੇ ਨੇ। ਚੱਡਾ ਨੇ ਪੁਰਾਣੀਆਂ ਘਟਨਾਵਾਂ ਨੂੰ ਯਾਦ ਕਰਦਿਆਂ ਕਿਹਾ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਕਈ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ। ਅਜਿਹਾ ਕਾਨੂੰਨ ਲਿਆਉਣ ਦੀ ਲੋੜ ਹੈ ਜਿਹੜਾ ਅਪਰਾਧੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਵੇ। ਚੇਅਰਮੈਨ ਨੂੰ ਲਿਖੇ 2 ਭਾਸ਼ੀ ਪੱਤਰ ਦੇ ਵਿੱਚ ਚੱਡਾ ਨੇ ਕਿਹਾ ਕਿ ਬੇਅਦਬੀ ਦੀਆਂ ਵੱਧ ਰਹੀਆਂ ਘਟਨਾਵਾਂ ਕਰਕੇ ਦੁਨੀਆ ਭਰ ਦੇ ਪੰਜਾਬੀ ਦੁਖੀ ਨੇ। ਪਵਿੱਤਰ ਗ੍ਰੰਥਾਂ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਪਿਛਲੇ ਦਿਨੀ ਵੀ ਜਦੋਂ ਰਾਘਵ ਚੱਡਾ ਨੇ ਮੁੱਦਾ ਚੁੱਕਿਆ ਸੀ ਤਾਂ ਵਿਰੋਧੀ ਧਿਰਾਂ ਨੇ ਰਾਘਵ ਚੱਡਾ ਨੂੰ ਘੇਰਿਆ ਸੀ। ਸੁਖਪਾਲ ਖਹਿਰਾ ਨੇ ਸਵਾਲ ਪੁੱਛ ਲਿਆ ਸੀ ਨਾਲ ਦੀ ਨਾਲ ਕਿ ਪਹਿਲਾਂ ਤੁਸੀਂ ਪੰਜਾਬ ਦੇ ਵਿੱਚ ਬੇਅਦਬੀ ਦਾ ਇਨਸਾਫ ਤਾਂ ਦੇ ਦਿਓ, ਜਿਹੜਾ ਤੁਸੀਂ ਮਤਾ ਜਿਹੜੇ ਕਾਨੂੰਨ ਦੇ ਵਿੱਚ ਤੁਸੀਂ ਸੋਧ ਕਰਨ ਦੀ ਮੰਗ ਕਰਦੇ ਹੋ ਉਸ ਨੂੰ ਲੈ ਕੇ ਮਤਾ ਲਿਆਉਣ ਦੀ ਮੰਗ ਕਰਦੇ ਹੋ, ਉਹ ਤੁਸੀਂ ਪੰਜਾਬ ਵਿਧਾਨ ਸਭਾ ਦੇ ਵਿੱਚ ਲਿਆਉਣ ਬਾਰੇ ਕਿਉਂ ਨਹੀਂ ਸੋਚਦੇ ਹੈਗੇ? ਤੁਹਾਡੇ ਜਿਹੜੇ ਕਨਵੀਨਰ ਨੇ ਪਾਰਟੀ ਦੇ ਅਰਵਿੰਦ ਕੇਜਰੀਵਾਲ, ਉਹਨਾਂ ਨੇ 24 ਘੰਟਿਆਂ ਦੇ ਵਿੱਚ ਇਨਸਾਫ ਦੇਣ ਦਾ ਦਾਅਵਾ ਕੀਤਾ ਸੀ, ਵਾਅਦਾ ਕੀਤਾ ਸੀ, ਉਸ ਵਾਅਦੇ ਦਾ ਕੀ ਬਣਿਆ ਇਹ ਵੀ ਪੁੱਛ ਲਓ। ਸੋ ਵਿਰੋਧੀ ਧਿਰਾਂ ਭਾਵੇਂ ਮੁੱਖ ਮੰਤਰੀ ਮਾਨ ਨੂੰ ਘੇਰ ਰਹੀਆਂ ਨੇ ਪਰ ਮੁੱਖ ਮੰਤਰੀ ਮਾਨ ਨੇ ਪੰਜਾਬ ਦੇ ਵਿੱਚ ਸਕੂਲਾਂ ਦੀ ਰਿਪੋਰਟ ਦਿੱਤੀ ਹੈ। ਪੰਜਾਬੀਆਂ ਨੂੰ ਦੱਸਿਆ ਹੈ ਕਿ ਪੰਜਾਬ ਦੇ ਸਕੂਲਾਂ ਦੀ ਹਾਲਤ ਹੁਣ ਹੋਰ ਚੰਗੀ ਹੋ ਗਈ ਹੈ, ਇਹ ਦਾਅਵਾ ਕੀਤਾ ਹੈ। ਮੁੱਖ ਮੰਤਰੀ ਨੇ ਅੰਮ੍ਰਿਤਸਰ ਅਤੇ ਪਟਿਆਲਾ ਦੇ ਸਕੂਲਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਟਵੀਟ ਕੀਤਾ ਕਿ ਸੂਬੇ ਦੇ ਵਿੱਚ ਸਾਡੀ ਸਰਕਾਰ ਬਣਨ ਤੋਂ ਬਾਅਦ ਅੰਮ੍ਰਿਤਸਰ ਤੇ ਪਟਿਆਲਾ ਦੇ ਇਹਨਾਂ ਸਰਕਾਰੀ ਸਕੂਲਾਂ ਦੀਆਂ ਬਦਲੀਆਂ ਤਸਵੀਰਾਂ ਦੇਖੋ। ਪੁਰਾਣੀ ਤੇ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਕਹਿੰਦੇ 9 ਮਹੀਨਿਆਂ ਦੇ ਅੰਦਰ ਟੁੱਟੇ ਫੁੱਟੇ ਬਹੁਤ ਸਾਰੇ ਸਰਕਾਰੀ ਸਕੂਲ ਹੁਣ ਗੁਲਜ਼ਾਰ ਹੋਣ ਲੱਗ ਪਏ ਨੇ। ਸਿਰਫ ਸਕੂਲ ਨਹੀਂ ਸਗੋਂ ਖੁਸ਼ਹਾਲ ਪੰਜਾਬ ਬਣਾਉਣ ਦੇ ਸੁਪਨੇ ਦੀ ਨੀਂਹ ਹੈ। ਮਾਨ ਨੇ ਕਿਹਾ ਕਿ ਚੋਣਾਂ ਦੌਰਾਨ ਅਰਵਿੰਦ
ਕੇਜਰੀਵਾਲ ਤੇ ਮੈਂ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਹਰ ਬੱਚੇ ਨੂੰ ਸ਼ਾਨਦਾਰ ਸਿੱਖਿਆ ਮਿਲੇਗੀ। ਮੈਨੂੰ ਖੁਸ਼ੀ ਹੈ ਕਿ ਸਾਡੀ ਸਰਕਾਰ ਦੇ ਸਿਰਫ 9 ਮਹੀਨਿਆਂ ਦੇ ਵਿੱਚ ਹੀ ਸਰਕਾਰੀ ਸਕੂਲਾਂ ਦੀ ਤਸਵੀਰ ਹੈ ਜਿਹੜੀ ਉਹ ਬਦਲਣ ਲੱਗੀ ਹੈ। ਉਧਰ ਆਮ ਆਦਮੀ ਪਾਰਟੀ ਦੇ ਸਾਬਕਾ ਲੀਡਰ ਅਤੇ ਸਾਬਕਾ ਐਮਪੀ ਡਾਕਟਰ ਧਰਮਵੀਰ ਗਾਂਧੀ ਲਗਾਤਾਰ ਪੰਜਾਬ ਦੇ ਵਿੱਚ ਅਫੀਮ ਅਤੇ ਭੁੱਕੀ ਦੀ ਖੇਤੀ ਕਰਵਾਉਣ ਦੀ ਮੰਗ ਕਰ ਰਹੇ ਨੇ ਕਿ ਇਸ ਖੇਤੀ ਨੂੰ ਪ੍ਰਵਾਨਗੀ ਮਿਲਣੀ ਚਾਹੀਦੀ ਹੈ। ਸਿੰਥੈਟਿਕ ਨਸ਼ਿਆਂ ਦੇ ਖਾਤਮੇ ਦੇ ਲਈ ਇਹ ਖੇਤੀ ਹੋਣੀ ਜ਼ਰੂਰੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਲਗਾਤਾਰ ਨਸ਼ਿਆਂ ਦੇ ਨਾਂ ਤੇ ਬਦਨਾਮ ਕੀਤਾ ਜਾ ਰਿਹਾ ਹੈ, ਜਦਕਿ ਦੱਖਣੀ ਮੁਲਕਾਂ ਤੇ ਭਾਰਤ ਦੇ ਦੱਖਣੀ ਸੂਬਿਆਂ ਦੇ ਵਿੱਚ ਨਸ਼ਿਆਂ ਦਾ ਪਸਾਰ ਪੰਜਾਬ ਦੇ ਨਾਲੋਂ ਕਿਤੇ ਵੱਧ ਹੈ। ਇਸ ਕਰਕੇ ਜੇ ਪੰਜਾਬ 'ਚੋਂ ਸਿੰਥੈਟਿਕ ਨਸ਼ਿਆਂ ਦਾ ਖਾਤਮਾ ਕਰਨਾ ਹੈ ਤਾਂ ਰਵਾਇਤੀ ਨਸ਼ੇ ਅਫੀਮ ਤੇ ਭੁੱਕੀ ਨੂੰ ਪ੍ਰਵਾਨਗੀ ਦੇਣੀ ਚਾਹੀਦੀ ਹੈ, ਜਿਸ ਨਾਲ ਪੰਜਾਬ ਦੀ ਨੌਜਵਾਨੀ ਨੂੰ ਦਲਦਲ 'ਚੋਂ ਬਾਹਰ ਕੱਢਿਆ ਜਾ ਸਕਦਾ ਹੈ, ਸਿੰਥੈਟਿਕ ਨਸ਼ਿਆਂ ਦੀ ਦਲਦਲ 'ਚੋਂ ਬਾਹਰ ਕੱਢਿਆ ਜਾ ਸਕਦਾ ਹੈ ਅਤੇ ਪੰਜਾਬ ਦੀ ਜਿਹੜੀ ਕਿਸਾਨੀ ਉਹ ਵੀ ਖੁਸ਼ਹਾਲ ਹੋ ਸਕਦੀ ਹੈ। ਆਮ ਆਦਮੀ ਪਾਰਟੀ ਨੂੰ ਘੇਰਨ ਦੀ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਹੋਣ ਵਜੋਂ ਅਰਵਿੰਦ ਕੇਜਰੀਵਾਲ ਇਸ਼ਤਿਹਾਰਾਂ ਦੀ ਦੁਰਵਰਤੋਂ ਦੇ ਵਿੱਚ ਫਸ ਗਏ ਨੇ, ਕਿਉਂਕਿ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਦਿੱਲੀ ਦੇ ਮੁੱਖ ਸਕੱਤਰ ਨੂੰ ਸਰਕਾਰੀ ਇਸ਼ਤਿਹਾਰਾਂ ਦੇ ਓਲੇ ਸਿਆਸੀ ਇਸ਼ਤਿਹਾਰ ਛਾਪਣ ਦੇ ਲਈ ਆਮ ਆਦਮੀ ਪਾਰਟੀ ਤੋਂ 97 ਕਰੋੜ ਰੁਪਏ ਦੀ ਵਸੂਲੀ ਕਰਨ ਦੇ ਹੁਕਮ ਦਿੱਤੇ ਨੇ। ਇਸ ਦੌਰਾਨ ਆਮ ਆਦਮੀ ਪਾਰਟੀ ਨੇ ਵੀ ਜਵਾਬ ਦਿੱਤਾ ਹੈ। ਪਾਰਟੀ ਦੇ ਲੀਡਰ ਸੌਰਭ ਭਾਰਦਵਾਜ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਕਿਹਾ ਕਿ ਅਜਿਹਾ ਹੁਕਮ ਦੇਣ ਦਾ ਇਹਨਾਂ ਦੇ ਕੋਲ ਕੋਈ ਅਧਿਕਾਰ ਹੀ ਨਹੀਂ ਹੈ ਤੇ ਨਾ ਹੀ ਅਜਿਹੇ ਹੁਕਮ ਦੀ ਕੋਈ ਵੀ ਮਹੱਤਤਾ ਹੈ। ਇਹ ਫਾਲਤੂ ਦਾ ਹੁਕਮ ਹੈ। ਦੂਸਰੇ ਪਾਸੇ ਦਿੱਲੀ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਰਾਮਵੀਰ ਸਿੰਘ ਬਿਧੂੜੀ ਨੇ ਆਮ ਆਦਮੀ ਪਾਰਟੀ ਤੇ ਦਿੱਲੀ ਦੇ ਟੈਕਸ ਦਾਤਾਵਾਂ ਦਾ ਪੈਸਾ ਇਸ਼ਤਿਹਾਰਾਂ ਤੇ ਖਰਚ ਕਰਨ ਦਾ ਦੋਸ਼ ਲਾਇਆ ਕਿ ਦਿੱਲੀ ਦੇ ਜਿਹੜੇ ਟੈਕਸ ਭਰਨ ਵਾਲੇ ਲੋਕ ਨੇ ਉਹਨਾਂ ਦੇ ਟੈਕਸ ਦਾ ਪੈਸਾ ਤੁਸੀਂ ਆਪਣੇ ਇਸ਼ਤਿਹਾਰਾਂ ਤੇ ਬਰਬਾਦ ਕਰ ਦਿੰਦੇ ਹੋ। ਟਵੀਟ ਕਰਦਿਆਂ ਉਹਨਾਂ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਪਿਛਲੇ 7 ਸਾਲਾਂ ਦੇ ਵਿੱਚ ਆਪਣੀ ਪਾਰਟੀ ਦੀ ਪ੍ਰਚਾਰ ਮੁਹਿੰਮ ਦੇ ਵਿੱਚ ਦਿੱਲੀ ਦੇ ਟੈਕਸ ਦਾਤਾਵਾਂ ਦੇ 2000 ਕਰੋੜ ਰੁਪਏ ਤੋਂ ਵੱਧ ਪੈਸੇ ਬਰਬਾਦ ਕਰ ਦਿੱਤੇ ਤੇ ਆਮ ਆਦਮੀ ਪਾਰਟੀ ਨੂੰ ਇਸ਼ਤਿਹਾਰਬਾਜ਼ੀ ਦੇ ਲਈ 97 ਕਰੋੜ ਦਾ ਜੁਰਮਾਨਾ ਲਾਏ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਸ ਕਾਰਵਾਈ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਪੰਜਾਬ ਅਤੇ ਦਿੱਲੀ ਦੀ ਆਪ ਸਰਕਾਰ ਆਮ ਜਨਤਾ ਤੋਂ ਵਸੂਲੇ ਜਾਂਦੇ ਟੈਕਸ ਵਾਲੇ ਪੈਸੇ ਨੂੰ ਇਸ਼ਤਿਹਾਰਬਾਜ਼ੀ ਦੇ ਵਿੱਚ ਲੁਟਾ ਰਹੀ ਹੈ। ਚੀਮਾ ਨੇ ਇਹ ਵੀ ਇਲਜ਼ਾਮ ਲਾਇਆ ਕਿ ਜਿਹੜੀਆਂ ਅਖਬਾਰਾਂ ਆਮ ਆਦਮੀ ਪਾਰਟੀ ਦੀ ਪਾਲਿਸੀ ਨੂੰ ਨਹੀਂ ਸਿਖਾਉਂਦੀਆਂ, ਪੰਜਾਬ ਦੀਆਂ ਅਖਬਾਰਾਂ, ਪੰਜਾਬੀ ਅਖਬਾਰਾਂ, ਉਹਨਾਂ ਨੂੰ ਇਹ ਇਸ਼ਤਿਹਾਰ ਹੀ ਨਹੀਂ ਦਿੰਦੇ। ਰੋਜ਼ਾਨਾ ਅਜੀਤ ਅਖਬਾਰ ਹੈ ਜਿਹੜਾ ਉਸ ਨੂੰ ਇਸ਼ਤਿਹਾਰ ਬੰਦ ਕਰਵਾਉਣ ਦੀ ਕਾਰਵਾਈ ਦਾ ਵੀ ਚੀਮਾ ਨੇ ਵਿਰੋਧ ਕੀਤਾ ਹੈ ਤੇ ਇਸ ਮਸਲੇ ਦੀ ਜਾਂਚ ਵੀ ਮੰਗੀ ਹੈ ਕਿ ਪੰਜਾਬ ਤੇ ਪੰਜਾਬੀਅਤ ਦੇ ਲੰਬਰਦਾਰ ਅਖਬਾਰਾਂ ਨੂੰ ਤਾਂ ਪੰਜਾਬ ਸਰਕਾਰ ਇਸ਼ਤਿਹਾਰ ਨਹੀਂ ਦੇ ਰਹੀ, ਜਦਕਿ ਗੈਰ ਪੰਜਾਬੀ ਇਸ਼ਤਿਹਾਰਾਂ ਨੂੰ ਇਸ਼ਤਿਹਾਰ ਪੂਰੇ ਖੁੱਲੇ ਵੰਡੇ ਜਾ ਰਹੇ ਨੇ। ਇਸ ਮਸਲੇ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਅਜਿਹਾ ਕਿਉਂ ਕਰ ਰਹੀ ਹੈ ਸਰਕਾਰ। ਦਿੱਲੀ ਦੇ ਲੈਫਟੀਨੈਂਟ ਗਵਰਨਰ ਸਾਹਿਬ ਨੇ 97 ਕਰੋੜ ਦਾ ਜਿਹੜਾ ਜੁਰਮਾਨਾ ਹੈ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲਾਇਆ ਕਿ ਇਹ ਪੈਸਾ ਪਾਰਟੀ ਨੂੰ ਦੇਣਾ ਚਾਹੀਦਾ ਹੈ, ਪਾਰਟੀ ਦੇ ਕੰਮਾਂ ਵਾਸਤੇ ਸਰਕਾਰ ਦਾ ਪੈਸਾ ਇਸ਼ਤਿਹਾਰਾਂ ਦੇ ਵਿੱਚ ਵਰਤੇਗੀ। ਇਸ ਗੱਲ ਨੇ ਸਾਬਤ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਵੀ ਤੇ ਦਿੱਲੀ ਦੀ ਸਰਕਾਰ ਵੀ ਕਿਸ ਤਰੀਕੇ ਲੋਕਾਂ ਦਾ ਜਿਹੜਾ ਟੈਕਸਾਂ ਦਾ ਪੈਸਾ ਉਹਨੂੰ ਲੁਟਾਉਣ ਦੇ ਉੱਤੇ ਲੱਗੀ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ਼ਤਿਹਾਰਾਂ ਨੂੰ ਇੱਕ ਹਥਿਆਰ ਬਣਾ ਲਿਆ ਕਿ ਜਿਹੜੀਆਂ ਅਖਬਾਰਾਂ ਸਰਕਾਰ ਦੀ ਪਾਲਿਸੀ ਨੂੰ ਟੋ ਨਹੀਂ ਕਰਦੀਆਂ, ਪੰਜਾਬ ਦੇ ਵਿੱਚ ਅਜੀਤ ਅਖਬਾਰ ਦੇ ਇਸ਼ਤਿਹਾਰ ਬੰਦ ਕੀਤੇ ਗਏ, ਬੜੀ ਸ਼ਰਮ ਵਾਲੀ ਗੱਲ ਹੈ। ਸਭ ਤੋਂ ਵੱਡੀ ਅਖਬਾਰ ਪੰਜਾਬੀਅਤ ਦੀ ਸੇਵਾ ਕਰ ਰਹੀ, ਉਹਨਾਂ ਅਖਬਾਰਾਂ ਨੂੰ ਤਾਂ ਇਸ਼ਤਿਹਾਰ ਦਿੱਤੇ ਗਏ ਗੁਜਰਾਤ ਦੇ ਵਿੱਚ ਜਾ ਕੇ ਜਿਨ੍ਹਾਂ ਦਾ ਪੰਜਾਬ ਦੇ ਵਿੱਚ ਨਾਂ ਨਿਸ਼ਾਨ ਨਹੀਂ। ਉਹਨਾਂ ਚੈਨਲਾਂ ਨੂੰ ਇਸ਼ਤਿਹਾਰ ਦਿੱਤੇ ਜਾ ਰਹੇ ਆ ਜਿਨ੍ਹਾਂ ਦਾ ਪੰਜਾਬੀ ਮਾਂ ਬੋਲੀ ਦੇ ਨਾਲ ਕੋਈ ਸੰਬੰਧ ਨਹੀਂ ਤੇ ਜਿਹੜੀ ਪੰਜਾਬ ਦੀ ਪੰਜਾਬੀਅਤ ਦੀ ਸੇਵਾ ਕਰਨੀਆਂ ਅਖਬਾਰਾਂ ਹੋਣ, ਚੈਨਲ ਹੋਣ, ਉਹਨਾਂ ਦੇ ਇਸ਼ਤਿਹਾਰ ਬੰਦ ਕਰਨੇ, ਉਹਨਾਂ ਨੂੰ ਬਲੈਕਮੇਲ ਕਰਨਾ, ਮੈਂ ਸਮਝਦਾ ਇਹਦੀ ਸਾਰੀ ਗੱਲ ਦੀ ਵੀ ਇਨਕੁਆਇਰੀ ਹੋਣੀ ਚਾਹੀਦੀ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਦੁਰਵਰਤੋਂ ਹੋਈ ਹੈ ਰਾਜਸੀ ਕਾਰਨਾਂ ਕਰਕੇ ਜਿਹੜੇ ਪਬਲਿਕ ਦੇ ਪੈਸੇ ਦੀ, ਇਹਦੀ ਵੀ ਇਨਕੁਆਇਰੀ ਹੋ ਕੇ ਜ਼ਿੰਮੇਵਾਰੀ ਫਿਕਸ ਹੋਣੀ ਚਾਹੀਦੀ। ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਰਾਜਸਥਾਨ ਦੇ ਵਿੱਚ ਮੰਗਲਵਾਰ ਨੂੰ ਆਖਰੀ ਦਿਨ ਰਿਹਾ ਤੇ ਇਸ ਆਖਰੀ ਦਿਨ ਪੰਜਾਬ ਦੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਵੀ ਰਾਹੁਲ ਗਾਂਧੀ ਕੋਲ ਪਹੁੰਚੇ, ਇਸ ਯਾਤਰਾ ਦੇ ਵਿੱਚ ਸ਼ਾਮਲ ਹੋਏ ਅਤੇ ਪਹਿਲੀ ਵਾਰੀ ਰਾਹੁਲ ਗਾਂਧੀ ਦੀ ਇਸ ਯਾਤਰਾ ਦੇ ਵਿੱਚ ਚੰਨੀ ਦਾ ਚਿਹਰਾ ਦਿਖਾਈ ਦਿੱਤਾ ਕਿਉਂਕਿ ਪਿਛਲੇ 9 ਮਹੀਨੇ ਤੋਂ ਤਾਂ ਹੈ ਹੀ ਨਹੀਂ ਸੀਗੇ, ਜਦੋਂ ਤੋਂ ਚੋਣਾਂ ਹੋਈਆਂ ਨੇ ਉਦੋਂ ਤੋਂ ਅਲੋਪ ਹੋ ਗਏ ਸਨ। ਇਸ ਯਾਤਰਾ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਚੰਨੀ ਨੇ ਕਿਹਾ ਕਿ
ਇਹ ਜਿਹੜੀ ਯਾਤਰਾ ਹੈ ਪਿਆਰ ਦੀ ਗੰਗਾ ਵਾਂਗੂ ਵਹਿ ਰਹੀ ਹੈ, ਲਗਾਤਾਰ ਵਹਿੰਦੀ ਰਹੂਗੀ। ਦੇਸ਼ ਦੀ ਅਖੰਡਤਾ ਏਕਤਾ ਦੀ ਗੱਲ ਹੈ, ਸਾਡੇ ਦੇਸ਼ ਦੇ ਪੱਖ ਦੀ ਗੱਲ ਹੈ। ਰਾਜਸਥਾਨ ਤੋਂ ਬਾਅਦ ਇਹ ਯਾਤਰਾ ਹਰਿਆਣੇ ਦੇ ਵਿੱਚ ਦਾਖਲ ਹੋਵੇਗੀ। 21 ਦਸੰਬਰ ਦੀ ਸਵੇਰ ਨੂੰ ਪਹਿਲੇ ਪੜਾਅ ਦੇ ਵਿੱਚ ਹਰਿਆਣੇ 'ਚ ਯਾਤਰਾ ਪਹੁੰਚੇਗੀ। ਉਸ ਤੋਂ ਬਾਅਦ ਪੰਜਾਬ ਦੀ ਵਾਰੀ ਆਏਗੀ। ਕਾਂਗਰਸ ਦੇ ਕੌਮੀ ਲੀਡਰ ਅਜੇ ਰਾਏ ਦੇ ਵੱਲੋਂ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਬਾਰੇ ਦਿੱਤੇ ਗਏ ਇਤਰਾਜ਼ਯੋਗ ਬਿਆਨ ਦਾ ਖੁਦ ਨੋਟਿਸ ਲੈਂਦਿਆਂ ਕੌਮੀ ਮਹਿਲਾ ਕਮਿਸ਼ਨ ਨੇ ਅਜੇ ਰਾਏ ਨੂੰ ਨੋਟਿਸ ਭੇਜਿਆ ਹੈ। ਕਮਿਸ਼ਨ ਨੇ ਕਿਹਾ ਕਿ ਬਿਆਨ ਅਪਮਾਨਜਨਕ ਹੈ। ਕਮਿਸ਼ਨ ਇਹ ਬਿਆਨਾਂ ਦੀ ਸਖਤ ਨਿੰਦਿਆ ਕਰਦਾ ਹੈ ਤੇ ਮਹਿਲਾ ਕਮਿਸ਼ਨ ਨੇ ਰਾਏ ਨੂੰ 28 ਦਸੰਬਰ ਨੂੰ ਤਲਬ ਕੀਤਾ ਹੈ। ਇਧਰ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵੀ ਅਜਿਹੇ ਲੋਕਾਂ ਦੇ ਖਿਲਾਫ ਰੱਜ ਕੇ ਵਰੀ ਹੈ ਜੋ ਇਸਤਰੀਆਂ ਦੇ ਬਾਰੇ, ਔਰਤਾਂ ਦੇ ਬਾਰੇ ਅਜਿਹੇ ਬਿਆਨ ਸ਼ਰੇਆਮ ਦਿੰਦੇ ਨੇ। ਔਰਤਾਂ ਦੇ ਲਈ ਭੱਦੀ ਸ਼ਬਦਾਵਲੀ ਵਰਤੇ ਜਾਣ ਦਾ ਮਨੀਸ਼ਾ ਗੁਲਾਟੀ ਨੇ ਸਖਤ ਵਿਰੋਧ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਔਰਤਾਂ ਦੇ ਹੱਕ ਵਿੱਚ ਖਾਸ ਕਾਨੂੰਨ ਬਣਾਇਆ ਜਾਵੇ। सोशल मीडिया ते औरतों खिलाफ जहर उगलन वाले लोगों के खिलाफ शिकंजा कसिया जावे। सोशल साइट्स पर लिखते हैं बीजेपी की दलाल दल्ली, ऐसे कमेंट्स पास करते हैं, पर मैं सक्षम हूं अपना आंचल संभालने में। आज मैं आपसे अपील कर रही हूं अपने भारत की बेटियों के हक के लिए, क्योंकि अगर मेरे बारे में कोई ऐसी बात करता है, कमेंट करता है, तो मैं सक्षम हूं अपना आंचल संभालने में। प्रधानमंत्री जी 2021 में इसी पार्टी की, जो कि एक महिला रिप्रेजेंट कर रही है, कांग्रेस पार्टी की, जिनका स्लोगन था कि लड़की हूं लड़की के लिए लड़ सकती हूं, 2021 में मैंने उनको और उनके पुत्र को ये लेटर लिखा कि रोकिए अपनी सरकार के मुखी को जो कि मुझे हरास कर रहे हैं। कुछ नहीं किया गया प्रधानमंत्री जी, 3 बार लिखने के बाद भी। तो डेमोक्रेसी है, मैंने अपना राजनीतिक संरक्षक चुना और मुझे अधिकार है, अगर मैं पंजाब की लड़कियों के संवैधानिक हकों के लिए आपसे भी आके मिली, एनआरआई लड़कियों के हकों के लिए अगर मैं आवाज उठाती हूँ, और अगर ये समाज फिर मुझे कहता है कि मैं बीजेपी की दलाल हूँ, तो मुझे फक्र है, मैं फक्र से कहती हूँ हाँ मैं दलाल हूँ। अगर और ਹੁਣ ਦਿੱਲੀ ਦੀ ਇੱਕ ਅਹਿਮ ਖਬਰ ਤੁਹਾਨੂੰ ਦੱਸ ਦਿੰਦੇ ਹਾਂ, ਜਿੱਥੇ ਰੋਹਿਣੀ ਇਲਾਕੇ ਦੇ ਐਸਡੀਐਮ ਸ਼ਾਹਜ਼ਾਦ ਆਲਮ ਦੇ ਵੱਲੋਂ ਇਲਾਕੇ ਦੇ ਗੁਰੂ ਘਰ ਨੂੰ ਲੈ ਕੇ ਇੱਕ ਤੁਗਲਕੀ ਫਰਮਾਨ ਜਾਰੀ ਕੀਤਾ ਗਿਆ। ਨਿਰਦੇਸ਼ ਜਾਰੀ ਕੀਤੇ ਨੇ ਕਿ ਰੋਹਿਣੀ ਦੇ ਸੈਕਟਰ 21 ਦੇ ਗੁਰਦੁਆਰਾ ਸਿੰਘ ਸਭਾ ਦੇ ਵਿੱਚ 10 ਜਣਿਆਂ ਤੋਂ ਵੱਧ ਸੰਗਤ ਹਾਜ਼ਰ ਨਹੀਂ ਰਹਿ ਸਕਦੀ। ਇੰਨਾ ਹੀ ਨਹੀਂ, ਐਸਡੀਐਮ ਨੇ ਗੁਰੂ ਘਰ ਦੀ ਉਸਾਰੀ ਨੂੰ ਲੈ ਕੇ ਵੀ ਵੱਡਾ ਸਵਾਲ ਚੁੱਕਿਆ ਹੈ ਅਤੇ ਗੁਰੂ ਘਰ ਦੇ ਬਾਹਰ ਗੈਰ ਕਾਨੂੰਨੀ ਉਸਾਰੀ ਦੇ ਖਿਲਾਫ ਇੱਕ ਹਫ਼ਤੇ ਦੇ ਅੰਦਰ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ ਨੇ। ਐਸਡੀਐਮ ਸ਼ਾਹਜ਼ਾਦ ਆਲਮ ਨੇ ਕਿਹਾ ਕਿ ਗੁਰੂ ਘਰ ਤੋਂ ਆਉਣ ਵਾਲੀ ਆਵਾਜ਼ ਨਾਲ ਨੋਇਸ ਪ੍ਰਦੂਸ਼ਣ ਹੁੰਦਾ ਹੈ, ਸ਼ੋਰ ਪ੍ਰਦੂਸ਼ਣ ਹੁੰਦਾ ਹੈ, ਜਿਸ ਨਾਲ ਲੋਕਾਂ ਦੀ ਮੈਂਟਲ ਹੈਲਥ ਤੇ ਬੁਰਾ ਅਸਰ ਪੈ ਰਿਹਾ ਹੈ। ਰੋਹਿਣੀ ਦੇ ਸੈਕਟਰ 21 ਦਾ ਗੁਰਦੁਆਰਾ ਫਲੈਟਾਂ ਦੇ ਨੇੜੇ ਹੈ, ਇਸ ਲਈ ਗੁਰੂ ਘਰ 'ਚ ਇੱਕ ਸਮੇਂ 10 ਜਣਿਆਂ ਤੋਂ ਵੱਧ ਸੰਗਤ ਕਹਿੰਦੇ ਹਾਜ਼ਰ ਨਹੀਂ ਹੋਣੀ ਚਾਹੀਦੀ, ਖਾਸ ਕਰਕੇ ਸਵੇਰੇ 7:15 ਤੋਂ ਲੈ ਕੇ 8:15 ਦੇ ਸਮੇਂ ਵਿੱਚ, ਕਿਉਂਕਿ ਇਹਦੇ ਨਾਲ ਸਥਾਨਕ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ। ਸੋ ਉਹ ਸਮਾਂ ਚੁਣਿਆ ਗਿਆ ਜਦੋਂ ਸੰਗਤ ਸਭ ਤੋਂ ਵੱਧ ਗੁਰਦੁਆਰੇ ਜਾਂਦੀ ਹੈ। ਐਤਵਾਰ ਨੂੰ ਕਹਿੰਦੇ ਪਾਬੰਦੀ 6:45 ਤੋਂ ਲਾਗੂ ਹੋ ਜਾਏਗੀ, 6:45 ਤੋਂ ਹੀ ਲਾਗੂ ਹੋ ਜਾਏਗੀ। ਐਸਡੀਐਮ ਨੇ ਕਿਹਾ ਕਿ ਗੁਰੂ ਘਰ ਦੇ ਵਿੱਚ ਮਾਈਕ ਵੀ ਨਹੀਂ ਲਾਇਆ ਜਾ ਸਕਦਾ, ਆਵਾਜ਼ ਗੁਰੂ ਘਰ ਤੋਂ ਬਾਹਰ ਨਹੀਂ ਆਉਣੀ ਚਾਹੀਦੀ। ਸਿੱਖ ਔਰਤਾਂ ਨੂੰ ਹਰ ਵੀਰਵਾਰ ਨੂੰ ਸ਼ਾਮ ਨੂੰ 3:30 ਤੋਂ ਲੈ ਕੇ 5:30 ਤੱਕ ਪਾਠ ਕਰਨ ਤੇ ਕੀਰਤਨ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇਹ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਗੁਰਪੁਰਬ ਤੇ ਹੋਰ ਵੱਡੇ ਦਿਨਾਂ ਦੇ ਦੌਰਾਨ ਇਹ ਨਿਰਦੇਸ਼ ਲਾਗੂ ਨਹੀਂ ਹੋਣਗੇ, ਉਦੋਂ ਤੁਸੀਂ ਕਰ ਸਕਦੇ ਹੋ। ਐਸਡੀਐਮ ਨੇ ਆਪਣੇ ਆਰਡਰ ਦੇ ਵਿੱਚ ਸਵਾਲ ਵੀ ਚੁੱਕਿਆ ਕਿ ਆਖਿਰਕਾਰ ਕਿਵੇਂ ਰਿਹਾਇਸ਼ੀ ਘਰਾਂ ਦੇ ਵਿੱਚ ਗੁਰੂ ਘਰ ਦੀ ਉਸਾਰੀ ਨੂੰ ਇਜਾਜ਼ਤ ਦਿੱਤੀ ਗਈ ਤੇ ਐਸਡੀਐਮ ਨੇ ਜਿਹੜਾ ਇਹ ਫਰਮਾਨ ਭੇਜਿਆ ਹੈ ਇਲਾਕੇ ਦੇ ਐਸਐਚਓ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜਿਆ ਤੇ ਹਦਾਇਤਾਂ ਜਾਰੀ ਕੀਤੀਆਂ ਨੇ ਕਿ ਤੁਰੰਤ ਲਾਗੂ ਕਰਵਾਇਆ ਜਾਵੇ, ਕੋਈ ਵੀ ਢਿੱਲ ਨਾ ਵਰਤੀ ਜਾਵੇ, ਇੱਕ ਹਫ਼ਤੇ ਦੇ ਵਿੱਚ ਸਾਰੇ ਨਿਯਮ ਲਾਗੂ ਹੋ ਜਾਣ। ਹੁਣ ਦੱਖਣੀ ਮੁੰਬਈ ਤੋਂ ਖਬਰ ਤੁਹਾਨੂੰ ਦੱਸ ਦਿੰਦੇ ਹਾਂ, ਜਿੱਥੇ ਇੱਕ ਕਲੱਬ ਦੇ ਵਿੱਚ 5ਵੀਂ ਮੰਜ਼ਿਲ ਤੋਂ ਡਿੱਗਣ ਕਾਰਨ 3 ਸਾਲ ਦੇ ਉਸ ਬੱਚੇ ਦੀ ਮੌਤ ਹੋ ਗਈ ਜਿਹੜਾ ਪੂਰੇ ਪਰਿਵਾਰ ਦੇ ਨਾਲ ਫੀਫਾ ਦਾ ਫਾਈਨਲ ਮੁਕਾਬਲਾ ਦੇਖਣ ਗਿਆ ਹੋਇਆ ਸੀ। ਐਤਵਾਰ ਸ਼ਾਮ ਨੂੰ ਜਦੋਂ ਟਾਇਲਟ ਕਰਕੇ ਵਾਪਸ ਆ ਰਿਹਾ ਸੀ ਤਾਂ ਉਸਦਾ ਪੈਰ ਫਰਸ਼ ਤੇ ਤਿਲਕ ਗਿਆ ਤੇ ਪੌੜੀਆਂ ਦੀ ਰੇਲਿੰਗ ਦੇ ਵਿਚਾਲੋਂ ਨਿਕਲ ਕੇ ਉਹ ਥੱਲੇ ਡਿੱਗ ਪਿਆ। 5 ਮੰਜ਼ਿਲਾਂ ਤੋਂ ਜਿਹੜਾ ਬੱਚਾ ਥੱਲੇ ਡਿੱਗਿਆ ਹੋਊਗਾ ਉਸ ਦਾ ਕੀ ਹਸ਼ਰ ਹੋਇਆ ਹੋਏਗਾ, ਇਹ ਆਪਾਂ ਮਹਿਸੂਸ ਕਰ ਸਕਦੇ ਹਾਂ। ਮਰੀਨ ਡਰਾਈਵ ਥਾਣੇ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ 11 ਸਾਲ ਦਾ ਬੱਚਾ ਜਿਹੜਾ ਪੀੜਤ ਬੱਚੇ ਤੋਂ ਅੱਗੇ ਤੁਰ ਰਿਹਾ ਸੀ, ਉਸਨੇ ਜਦੋਂ ਰੌਲਾ ਸੁਣਿਆ ਫਿਰ ਉਹ ਵਾਪਸ ਮੁੜਿਆ ਤਾਂ ਦੇਖਿਆ ਕਿ ਛੋਟਾ ਬੱਚਾ ਪੌੜੀਆਂ ਦੀ ਰੇਲਿੰਗ ਵਿਚਾਲੋਂ ਡਿੱਗ ਪਿਆ। ਇਸ ਤੋਂ ਬਾਅਦ ਤੁਰੰਤ ਉੱਪਰ ਪਹੁੰਚਿਆ ਤੇ ਬੱਚੇ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ। ਪੀੜਤ ਦੇ ਰਿਸ਼ਤੇਦਾਰ ਤੇ ਕਲੱਬ ਦੇ ਸੁਰੱਖਿਆ ਗਾਰਡ ਬੱਚੇ ਨੂੰ ਨੇੜਲੇ ਹਸਪਤਾਲ ਲੈ ਕੇ ਗਏ, ਪਰ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇੱਥੇ ਮਾਪਿਆਂ ਦੀ ਵੀ ਪੂਰੀ ਲਾਪਰਵਾਹੀ ਹੈ, ਜਿਹੜੇ ਮੈਚ ਦੇਖਣ ਦੇ ਵਿੱਚ ਇੰਨੇ ਮਸ਼ਰੂਫ ਸਨ ਕਿ ਉਹ ਆਪਣੇ 3 ਸਾਲ ਦੇ ਬੱਚੇ ਨੂੰ ਟਾਇਲਟ ਤੱਕ ਲਿਜਾ ਵੀ ਨਹੀਂ ਸਕੇ। ਜੇ ਨਾਲ ਜਾਂਦੇ ਤਾਂ ਸ਼ਾਇਦ ਬੱਚੇ ਨਾਲ ਇਹ ਦੁਰਘਟਨਾ ਨਾ ਵਾਪਰਦੀ। ਪੰਜਾਬ ਦੇ ਲੁਧਿਆਣਾ ਦੇ ਦਰਾਹਾ ਸ਼ਹਿਰ ਦੇ ਵਿੱਚ ਮੰਗਲਵਾਰ ਨੂੰ ਬੋਇਲਰ ਫਟ ਗਿਆ। ਹਾਦਸੇ ਦੇ ਵਿੱਚ 2
ਮਜ਼ਦੂਰਾਂ ਦੀ ਦਰਦਨਾਕ ਮੌਤ ਹੋ ਗਈ ਜਦਕਿ 4 ਜ਼ਖਮੀ ਹੋ ਗਏ ਜਿਹੜੇ ਹਸਪਤਾਲ ਦੇ ਵਿੱਚ ਦਾਖਲ ਨੇ। ਘਟਨਾ ਰਾਮਪੁਰ ਰੋਡ ਤੇ ਸਥਿਤ ਗ੍ਰੇਟ ਇੰਡੀਆ ਸਟੀਲ ਫੈਕਟਰੀ ਦੀ ਹੈ। ਮ੍ਰਿਤਕਾਂ ਦੀ ਪਛਾਣ ਵਿਨੈ ਤੇ ਰਾਹੁਲ ਵਜੋਂ ਹੋਈ ਹੈ। ਜਦੋਂ ਬੋਇਲਰ ਫਟਿਆ ਤਾਂ ਮਜ਼ਦੂਰ ਆਪਣੇ ਕਮਰੇ ਦੇ ਵਿੱਚ ਆਰਾਮ ਕਰ ਰਹੇ ਸਨ। ਧਮਾਕੇ ਤੋਂ ਬਾਅਦ ਚਾਰੇ ਪਾਸੇ ਹਨੇਰਾ ਛਾ ਗਿਆ। ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਤੇ ਪੁਲਿਸ ਵੀ ਬੁਲਾਈ। ਬਚਾਅ ਟੀਮਾਂ ਨੇ ਫਿਰ ਜ਼ਖਮੀ ਮਜ਼ਦੂਰਾਂ ਨੂੰ ਹਸਪਤਾਲ ਪਹੁੰਚਾਇਆ ਤੇ ਪਤਾ ਲੱਗਿਆ ਕਿ ਫੈਕਟਰੀ ਦੇ ਵਿੱਚ ਜਿਸ ਵਕਤ ਧਮਾਕਾ ਹੋਇਆ ਤਾਂ 6 ਤੋਂ 7 ਲੋਕ ਕੰਮ ਕਰ ਰਹੇ ਸੀ। ਇੱਥੇ ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।